उस्तत कर कर जीवा। आद जुगाद भगतन का राखा, आद जुगाद भगतन का राखा। उस्तत कर कर जीवा, जीवा। उस्तत कर कर जीवा। नानक नाम मानस मीठा, नानक नाम मानस मीठा। आनंद मन तन पीवा, आनंद मन तन पीवा। उस्तत कर कर जीवा, उस्तत कर कर जीवा। उस्तत कर कर जीवा, जीवा। उस्तत कर कर जीवा, उस्तत कर कर जीवा। उस्तत कर कर जीवा। वाहिगुरु जी। तेग बहादुर सिमरिया घर नानक आवे थाए, सब थाई होए सवाए, सब थाई होए सवाए, सब थाई होए सवाए। प्रथम भगवती सिमर के गुरु नानक लई ते आए। अंगद गुर ते अमरदास रामदास होए सहाय। अर्चन हर गोबिंद नो सिमरो श्री हर राय। श्री हर कृष्ण ते आए, जिस डिठे सब दुख जाए। तेग बहादुर सिमरे हर नानक आवे ताए। सब थाई होए सवाए, सब थाई होए सवाए, सब थाई होए सवाए, सब थाई होए सवाए। वड्डा तेरा दरबार सच्चा तुद तख्त। सिर शाहा पातशाह निहचल चौड़ छत। वड्डे वड्डा पार तेरा मर्तबा, रंग बरंग अनेक जपन करतबा। जिया अंतर जीव सब जान ला, सब तेरे वस तेरे कर फल। तेरे कर आनंद उदाई तुद कर, मान महता तेरे अपना आप जर। सरकला भरपूर दिसे जत कता, नानक दासन दात आगे बिनवता। तेरा नाम सत है वाहे गुरु जी, वाहे गुरु। पौड़ी वड्डी वड्डा पार तेरा मर्तबा। रंग परंग नेक न जापन करतबा। जिया अंदर जियो सब कुछ जान ला, सब कुछ तेरे वस तेरा कर भला। तेरा कार्य लाल विधाई तुद कर, मान महता तेने अपना आप जर। सर्व कला भरपूर दिसे जदकता, नानक दासन दास तुद आगे बिनवता सलो। पवन गुरु पाणे पिता माता तरत महत। दिवस रात दोए दाई दाया, केले सगल जगत। चंगियाइयां बुराइयां वाचे धर्म खदूर। करमे आपो अपनी के नेड़े के दूर। जिले नाम ते आया गए मसकत काल,
ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਦ ਬੰਦਨ ਪਦ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਓ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਰ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ਼੍ਰੀ ਚੰਡੀ ਖੰਡਨ ਦੁਸ਼ਟ ਉਜ ਦੰਡਨ ਬਰ ਬੰਡ।
ਜਗ ਮੰਡਨ ਪਦ ਬੰਦਨਾ, ਜਾਂ ਕੋ ਤੇਜ ਪ੍ਰਚੰਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੇ ਪਰਮ ਪਿਆਰ 'ਚ ਪਰੋਤੀ ਹੋਈ ਗੁਰੂ ਰੰਗ 'ਚ ਰੰਗੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਆਦ ਗੁਰੂ ਜਗਤ ਗੁਰੂ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਸਭ ਤੋਂ ਪਹਿਲੀ ਵਾਰ ਇਸ ਜਨਮ ਸਾਖੀ ਦੀ ਕਥਾ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਵਿੱਤਰ ਦਰਬਾਰ ਵਿੱਚ ਭਾਈ ਸਾਹਿਬ ਭਾਈ ਬਾਲਾ ਜੀ ਨੇ ਕੀਤੀ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਂਪੁਰਸ਼ਾਂ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਮੇਤ ਬਹਿ ਕੇ ਸੰਪੂਰਨ ਕਥਾ ਸਰਵਣ ਕੀਤੀ। ਇਹ ਗੁਰੂ ਅੰਗਦ ਦੇਵ ਸਾਹਿਬ ਦਾ ਉਪਕਾਰ ਹੈ ਕਿ ਉਹਨਾਂ ਨੇ ਉਹ ਸਾਰੀ ਕਥਾ ਭਾਈ ਪੈੜੇ ਮੋਖੇ ਪਾਸੋਂ ਲਿਖਵਾ ਲਈ। ਅੱਜ ਅਸੀਂ ਪੜ੍ਹ ਰਹੇ ਹਾਂ, ਸੁਣ ਰਹੇ ਹਾਂ। ਇਹ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸਾਡੇ ਤੇ ਪਰਉਪਕਾਰ ਹੈ। ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਇਸ ਕਥਾ ਨੂੰ ਛੰਦਾਬੰਦੀ ਵਿੱਚ ਸਵਈਆਂ, ਕਵਿਤਾਂ, ਦੋਹਰਿਆਂ ਤੇ ਚੌਪਈਆਂ ਵਿੱਚ ਵਰਣਨ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਲ ਲੀਲਾ ਦੀ ਕਥਾ ਚੱਲ ਰਹੀ ਹੈ। ਮੱਝੀਆਂ ਚਾਰਦੇ ਨੇ, ਗਊਆਂ ਚਾਰਦੇ ਨੇ। ਨਨਕਾਣਾ ਸਾਹਿਬ ਜੀ ਦੇ ਚਾਰੇ ਪਾਸੇ ਦੀ ਧਰਤੀ ਸਤਿਗੁਰਾਂ ਨੇ ਆਪਣੇ ਚਰਨਾਂ ਨਾਲ ਪਵਿੱਤਰ ਕੀਤੀ ਹੈ। ਜ਼ਰਰਾ ਜ਼ਰਰਾ ਸਤਿਗੁਰਾਂ ਦੇ ਚਰਨਾਂ ਦੀ ਛੂਹ ਨਾਲ ਪਵਿੱਤਰ ਹੋ ਰਿਹਾ ਹੈ। ਅੱਜ ਵੀ ਹਜ਼ਾਰਾਂ ਏਕੜ ਜ਼ਮੀਨ ਸਤਿਗੁਰਾਂ ਦੇ ਨਾਂ ਦੇ ਉੱਤੇ ਉੱਥੇ ਚਾਰੇ ਪਾਸੇ ਹੈ। ਉੱਥੋਂ ਦੇ ਵਸਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜ਼ਮੀਨ ਦੀ ਖੇਤੀ ਖਾਂਦੇ ਹਨ। ਪਰ ਅਸਲੀਅਤ ਇਹ ਹੈ ਕਿ ਪੂਰੇ ਸੰਸਾਰ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਜੀਵ ਜੋ ਜੋ ਖਾ ਰਹੇ ਨੇ, ਪੁੰਚ ਰਹੇ ਨੇ, ਉਹਨਾਂ ਸਾਰਿਆਂ ਦੇ ਖਵਈਆ ਜਗਤ ਗੁਰੂ ਗੁਰੂ ਨਾਨਕ ਸਾਹਿਬ ਹਨ। ਸਭ ਨੂੰ ਦਾਨ ਦੇਣ ਵਾਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਹਨ। ਆਓ ਕੁਝ ਸਮੇਂ ਲਈ ਮਨ ਔਰ ਬਿਰਤੀਆਂ ਨੂੰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਚੰਡੀ ਖੰਡਨ ਦੁਸ਼ਟ ਭੁਜ ਦੰਡਨ ਬਰਬੰਡ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਹੈ ਚੰਡਕਾ, ਯਾਨੀ ਕਿ ਭਗਉਤੀ ਸ਼੍ਰੀ ਸਾਹਿਬ ਦੇ ਰੂਪ ਵਿੱਚ ਸੰਸਾਰ ਵਿੱਚ ਪ੍ਰਗਟ ਹੈ। ਉਹਨੂੰ ਨਮਸਕਾਰ ਕਰਦੇ ਨੇ ਜੋ ਦੁਸ਼ਟਾਂ ਦਾ ਖੰਡਨ ਕਰਨ ਵਾਲੀ, ਦੁਸ਼ਟਾਂ ਦਾ ਨਾਸ਼ ਕਰਨ ਵਾਲੀ। ਭੁਜ ਦੰਡਨ ਬਰਬੰਡ, ਵਿਸ਼ਾਲ ਬਾਹਾਂ ਵਾਲੀ। ਸੂਰਮੇ ਜਿਹੜੇ ਯੋਧੇ ਨੇ, ਬਲੀ ਨੇ,
ਉਹਨਾਂ ਦੇ ਹੱਥਾਂ ਦੇ ਵਿੱਚ ਸੋਭਦੀ ਹੈ। ਜਗ ਮੰਡਨ ਪਦ ਬੰਦਨਾ, ਜਾਂ ਕੋ ਤੇਜ ਪ੍ਰਚੰਡ। ਪਾਰ ਬ੍ਰਹਮ ਪਰਮੇਸ਼ਰ ਦੀ ਇਸ ਪ੍ਰਚੰਡ ਸ਼ਕਤੀ ਨੂੰ, ਜੋ ਸਾਰੇ ਜਗਤ ਨੂੰ ਪੈਦਾ ਕਰਦੀ ਹੈ, ਪਾਲਦੀ ਹੈ, ਸੰਘਾਰਦੀ ਹੈ, ਉਹਨੂੰ ਮੈਂ ਵੰਦਨਾ ਕਰਦਾ ਹਾਂ। ਮਾਂ ਕਵੀ ਜੀ ਕਹਿੰਦੇ ਉਹਨੂੰ ਮੈਂ ਨਮਸਕਾਰ ਕਰਦਾ ਹਾਂ। ਐਸੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਇਸ ਪ੍ਰਚੰਡ ਸ਼ਕਤੀ ਨੂੰ ਮੇਰੀ ਪ੍ਰਣਾਮ ਹੈ। ਸ੍ਰੀ ਬਾਲਾ ਸੰਧੂ ਆਚ। ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸਰਵਣ ਕਰਾ ਰਹੇ ਹਨ। ਚੌਪਈ ਕਹਿ ਬਾਲਾ ਸ਼੍ਰੀ ਅੰਗਦ ਗੁਰ ਜੀ। ਭਾਈ ਸਾਹਿਬ ਭਾਈ ਬਾਲਾ ਜੀ ਕਥਾ ਸੁਣਾਉਂਦਿਆਂ ਕਹਿੰਦੇ, ਹੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸੁਣੋ, ਮੈਂ ਤੁਹਾਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸਰਵਣ ਕਰਾਉਂਦਾ ਹਾਂ। ਸੁਨੋ ਕਥਾ ਨਾਸ਼ਕ ਤ੍ਰੈ ਜੁਰ ਕੇ। ਜਿਸ ਕਥਾ ਨੂੰ ਸੁਣ ਕੇ ਤਿੰਨੇ ਤਾਪ ਨਿਰਵਿਰਤ ਹੋ ਜਾਂਦੇ ਨੇ, ਆਧੀ, ਵਿਆਧੀ ਤੇ ਉਪਾਧੀ। ਤ੍ਰੈ ਤਾਪਾਂ ਦੀ ਨਿਰਵਿਰਤੀ ਹੋ ਜਾਂਦੀ ਹੈ। ਐਸੀ ਕਥਾ ਮਹਾਰਾਜ ਜੀ ਸਰਵਣ ਕਰੋ। ਬੋਰੋ ਰਿਤ ਪਾਵਸ ਸ਼ੁਭ ਆਈ। ਕਹਿੰਦੇ ਪਾਵਸ ਰੁੱਤ ਆਈ ਹੈ। ਪਾਵਸ ਰੁੱਤ ਕਹਿੰਦੇ ਆ ਵਰਖਾ ਦੀ ਰੁੱਤ। ਬਸੰਤ ਰਿਤੂ ਲੰਘ ਗਈ ਹੈ। ਬਸੰਤ ਰਿਤੂ ਵਿੱਚ ਸਤਿਗੁਰੂ ਜੀ ਨੇ ਅਨੇਕਾਂ ਚੋਜ ਕੀਤੇ ਨੇ। ਬਸੰਤ ਰਿਤੂ ਦੇ ਬੀਤਣ ਤੋਂ ਬਾਅਦ ਪਾਵਸ ਰੁੱਤ ਯਾਨੀ ਕਿ ਸਾਵਣ ਭਾਦਰੋਂ ਦਾ ਮਹੀਨਾ ਆਇਆ ਹੈ। ਗਗਨ ਬੀਚ ਬਾਦਰ ਦ੍ਰਿਸ਼ਟਾਈ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਜਦੋਂ ਸਾਵਣ ਆਉਂਦਾ ਤੇ ਆਕਾਸ਼ ਵਿੱਚ ਕਾਲੇ ਰੰਗ ਦੇ ਬੱਦਲ ਛਾ ਜਾਂਦੇ ਹਨ। ਤੋ ਕਹਿੰਦੇ ਪਾਵਸ ਰੁੱਤ ਦੇ ਵਿੱਚ ਆਕਾਸ਼ ਵਿੱਚ ਕਾਲੇ ਰੰਗ ਦੀਆਂ ਘਟਾਵਾਂ ਬੱਦਲਾਂ ਦੀਆਂ ਛਾ ਗਈਆਂ ਹਨ। ਭਾਗ ਜਗੇ ਪੂਰਬ ਜਗਿਆਸੀ। ਕਹਿੰਦੇ ਮਾਨੋ ਜਿਵੇਂ ਪੂਰਬਲੇ ਜਨਮਾਂ ਦੇ ਕੀਤੇ ਚੰਗੇ ਭਾਗ ਜਾਗ ਪਏ ਨੇ ਜਗਿਆਸੂਆਂ ਦੇ। ਜੋ ਤਨ ਤਰਤ ਸੰਤ ਸੁਖ ਰਾਸੀ। ਜਦੋਂ ਜਗਿਆਸੂਆਂ ਦੇ ਭਾਗ ਜਾਗਦੇ ਨੇ ਤਾਂ ਉਹਨਾਂ ਤੇ ਪਰਉਪਕਾਰ ਕਰਨ ਵਾਸਤੇ ਮਹਾਂਪੁਰਸ਼ ਮਹਾਤਮਾ ਸੰਤ ਸਰੀਰ ਧਾਰ ਕੇ ਸੰਸਾਰ ਵਿੱਚ ਆਉਂਦੇ। ਇਸੇ ਤਰ੍ਹਾਂ ਇਹ ਬੱਦਲ ਵੀ ਆਕਾਸ਼ ਵਿੱਚ ਸਰੀਰ ਧਾਰ ਕੇ ਆਏ ਨੇ ਪਰਉਪਕਾਰ ਕਰਨ ਵਾਸਤੇ, ਧਰਤੀ ਤੇ ਮੀਂਹ ਵਰਸਾਉਣ ਲਈ। ਪ੍ਰਮਾਣ ਦੇ ਕੇ ਨਾਲ ਬੜੇ ਸੁੰਦਰ ਅਲੰਕਾਰ ਬੰਧ ਰਹੇ ਮਾਂ ਕਵੀ ਜੀ। ਕਹਿੰਦੇ ਜਿਵੇਂ ਬੱਦਲ ਆਏ ਨੇ ਇਸੇ ਤਰ੍ਹਾਂ ਮਹਾਂਪੁਰਸ਼ ਮਹਾਤਮਾ ਆਉਂਦੇ ਨੇ ਜੀਵਾਂ ਦੇ ਭਾਗ ਜਾਗਣ, ਤਾਂ ਉਹਨਾਂ ਤੇ ਭਲਾ ਕਰਨ ਲਈ, ਉਹਨਾਂ ਤੇ ਪਰਉਪਕਾਰ ਕਰਨ ਲਈ ਆਉਂਦੇ ਹਨ। ਚੜੀ ਕਟਾ ਕਾਲੀ ਜਿਵ ਕਾਲੀ। ਕਹਿੰਦੇ ਆਕਾਸ਼ ਵਿੱਚ ਕਾਲੇ ਰੰਗ ਦੇ ਬੱਦਲ ਏਦਾਂ ਘਟਾ ਚੜੀ ਹੈ ਜਿਵੇਂ ਕਾਲਕਾ ਹੁੰਦੀ ਹੈ ਨਾ, ਜਿਵੇਂ ਕਾਲਕਾ ਦਾ ਰੂਪ ਹੁੰਦਾ ਬੜਾ ਭਿਆਨਕ। ਕਹਿੰਦੇ ਉਹ ਕਾਲਕਾ ਦੇ ਰੂਪ ਦੇ ਸਮਾਨ ਆਕਾਸ਼ ਵਿੱਚ ਕਾਲੇ ਰੰਗ ਦੀ ਘਟਾ ਛਾਈ ਹੈ। ਪਰਨੋ ਬਜਰ ਬਜਾਵਤ ਤਾਲੀ। ਕਹਿੰਦੇ ਵਿੱਚ ਜਿਹੜੀ ਬਿਜਲੀ ਚਮਕਦੀ ਹੈ ਜਾਂ ਏਦਾਂ ਉਹਦੇ ਕੜਕਣ ਦੀ ਆਵਾਜ਼ ਆਉਂਦੀ ਹੈ ਨਾ ਬੱਦਲਾਂ ਦੇ ਖੜਾਕ ਦੀ, ਉਹ ਏਦਾਂ ਜਾਪਦਾ ਜਿਵੇਂ ਕਾਲਕਾ ਤਾੜੀ ਵਜਾਉਂਦੀ ਹੋਵੇ। ਖਾਲਸਾ ਜੀ ਕਵੀ ਦੀਆਂ ਉਡਾਰੀਆਂ ਹੁੰਦੀਆਂ, ਅਲੰਕਾਰ ਬੰਨ੍ਹਦੇ ਹੁੰਦੇ ਆ ਕਵੀ। ਸ੍ਰੇਸ਼ਟ ਕਵੀ ਦੀ ਇਹ ਨਿਸ਼ਾਨੀ ਹੁੰਦੀ ਹੈ। ਆਕਾਸ਼ ਵਿੱਚ ਕਾਲੇ ਰੰਗ ਦੀ ਘਟਾ ਨੂੰ ਵੇਖ ਕੇ ਉਹਦਾ ਅਲੰਕਾਰ ਬੰਨ੍ਹ ਰਹੇ ਨੇ ਮਾਂ ਕਵੀ ਜੀ। ਕਹਿੰਦੇ ਮਾਨੋ ਜਿਵੇਂ ਕਾਲਕਾ ਆ ਗਈ ਹੋਵੇ ਆਕਾਸ਼ ਵਿੱਚ, ਚਾਰੇ ਪਾਸੇ ਕਾਲੀਆਂ ਘਟਾਵਾਂ, ਬੱਦਲਾਂ ਦੇ ਗਰਜਣ ਦੀ ਆਵਾਜ਼ ਏਦਾਂ ਜਾਪਦੀ ਹੈ ਜਿਵੇਂ ਕਾਲਕਾ ਤਾੜੀ ਮਾਰਦੀ ਹੋਵੇ। ਸਾਸਨ ਪਾਕ ਸਰਾਸਨ ਜੋ। ਔਰ ਆਕਾਸ਼ ਦੇ ਵਿੱਚ ਜਿਹੜਾ ਇੰਦਰ ਧਨੁਸ਼ ਹੈ ਉਹ ਏਦਾਂ ਜਾਪਦਾ ਵੀ ਉਹਦੇ ਹੱਥ ਦੇ ਵਿੱਚ ਫੜਿਆ ਹੋਇਆ ਧਨਖ ਹੋਵੇ। ਬਾਕੀ ਪ੍ਰਿਕੁਟੀ ਲਖੀਅਤ ਸੋ। ਏਦਾਂ ਕਹਿ ਸਕਦੇ ਆ ਵੀ ਆਕਾਸ਼ ਵਿੱਚ ਜਿਹੜੀ ਉਹ ਇੰਦਰ ਧਨੁਸ਼ ਨਜ਼ਰ ਆਉਂਦਾ ਨਾ, ਇਹ ਕਾਲਕਾ ਦੀਆਂ ਟੇਢੀਆਂ ਭੌਹਾਂ ਹਨ, ਪਰਵੱਟੇ ਹਨ ਉਹਦੀਆਂ ਅੱਖਾਂ ਦੇ ਉੱਤੇ। ਅਤ ਕਰ ਕਨ ਜੈ ਕੀ ਕਲਿਕਾਰੀ। ਤੇ ਜਦੋਂ ਕੜਕਦੇ ਨੇ, ਬਿਜਲੀ ਕੜਕਦੀ ਹੈ, ਏਦਾਂ ਜਾਪਦਾ ਇਹ ਕਾਲਕਾ ਦੀ ਕਲਕਾਰੀ ਹੋਵੇ। ਡਰਤ ਅਸੁਰ ਸੇ ਮੇਚਕ ਬਿਆਰੀ। ਔਰ ਕਾਲੇ ਰੰਗ ਦੇ ਜਿਹੜੇ ਸੱਪ ਨੇ ਉਹ ਅਸੁਰਾਂ ਦੇ ਸਮਾਨ ਡਰਦੇ ਨੇ। ਜਿਵੇਂ ਕਾਲਕਾ ਦੀ ਕਲਕਾਰੀ ਤੋਂ ਅਸੁਰ ਦਾਨਵ ਡਰਦੇ ਨੇ ਨਾ, ਆਕਾਸ਼ ਵਿੱਚ ਕਾਲੇ ਰੰਗ ਦੇ ਬੱਦਲਾਂ ਦੀ ਕੜਕਣ ਦੀ ਬਿਜਲੀ ਦੀ ਆਵਾਜ਼ ਨੂੰ ਸੁਣ ਕੇ ਧਰਤੀ ਦੇ ਉੱਤੇ ਅਸੁਰਾਂ
ਸਮਾਨ ਜਿਹੜੇ ਕਾਲੇ ਰੰਗ ਦੇ ਸਰਪ ਨੇ ਉਹ ਡਰਦੇ ਹਨ। ਹੋਤ ਕੋਖ ਜੈ ਗਰਜ ਸੁਹਾਵਤ। ਕਹਿੰਦੇ ਜਿਹੜੀ ਘੋਖ ਹੁੰਦੀ ਹੈ ਉਹਦੀ ਆਵਾਜ਼, ਉਹਦੀ ਗਰਜ ਜਿਹੜੀ ਸੁਣਾਈ ਦਿੰਦੀ ਹੈ। ਅਮਰ ਮਯੂਰ ਹਰਖੇ ਉਪਜਾਵਤ। ਉਹ ਮਾਨੋ ਬੱਦਲਾਂ ਦੀ ਗੜਗੜਾਹਟ ਨੂੰ ਸੁਣ ਕੇ, ਜਿਵੇਂ ਕਾਲਕਾ ਦੀ ਕਿਲਕਾਰੀ ਨੂੰ ਸੁਣ ਕੇ ਅਸੁਰ ਤਾਂ ਡਰਦੇ ਨੇ ਪਰ ਦੇਵਤੇ ਖੁਸ਼ ਹੁੰਦੇ ਐ, ਇਸੇ ਤਰ੍ਹਾਂ ਇਹ ਕਾਲੇ ਰੰਗ ਦੇ ਬੱਦਲਾਂ ਦੀ ਗੜਗੜਾਹਟ ਨੂੰ ਸੁਣ ਕੇ ਸੱਪ ਡਰ ਰਹੇ ਨੇ, ਪਰ ਜਿਹੜੇ ਮੋਰ ਤੇ ਬਬੀਹੇ ਨੇ ਉਹ ਦੇਵਤਿਆਂ ਦੇ ਸਮਾਨ ਖੁਸ਼ ਹੋ ਰਹੇ ਨੇ। ਉਹ ਬੋਲਦੇ ਹਨ, ਮੋਰ ਬਬੀਹੇ ਬੋਲਦੇ, ਵੇਖ ਬੱਦਲ ਕਾਲੇ, ਉਹ ਬੜੇ ਖੁਸ਼ ਹੋ ਰਹੇ ਨੇ, ਖੁਸ਼ੀ ਮਨਾ ਰਹੇ ਨੇ। ਚੰਚਲ ਜੋ ਚੰਚਲਾ ਚਮਕਾਵਤ। ਜਿਹੜੀ ਬਿਜਲੀ ਚਮਕਦੀ ਹੈ ਮਾਨੋ ਕਾਲਕਾ ਦੀ ਚੰਚਲਤਾਈ ਹੋਵੇ। ਪਾਨ ਕਿਰਪਾਨੇ ਲਈ ਨਚਾਵਤ। ਜਾਂ ਇਸ ਤਰ੍ਹਾਂ ਕਹਿ ਲਈਏ ਉਹਦੇ ਹੱਥ ਦੇ ਵਿੱਚ ਫੜੀ ਹੋਈ ਇਹ ਤਲਵਾਰ ਹੈ ਜਿਹੜੀ ਚਮਕ ਰਹੀ ਹੈ। ਦੰਤ ਪੰਕਤੀ ਸ਼ੁਭਤ ਬਲਾਕਾ। ਔਰ ਉੱਡਦੇ ਹੋਏ ਬਗਲਿਆਂ ਦੀ ਜਿਹੜੀ ਪੰਕਤੀ ਆ ਬੱਦਲਾਂ ਵਿੱਚ, ਕਾਲੇ ਰੰਗ ਦੇ ਬੱਦਲਾਂ ਵਿੱਚ ਚਿੱਟੇ ਰੰਗ ਦੇ ਜਿਹੜੇ ਬਗਲੇ ਉੱਡਦੇ ਆ, ਉਹ ਏਦਾਂ ਜਾਪਦਾ ਮਾਨੋ ਜਿਵੇਂ ਕਾਲਕਾ ਦੇ ਮੂੰਹ ਵਿੱਚ ਚਿੱਟੇ ਰੰਗ ਦੇ ਦੰਦ ਹੋਣ। ਸ਼ਿਆਮ ਸਰੂਪ ਬਨਿਓ ਅਸਤਾਂ ਕਾ। ਕਹਿੰਦੇ ਇਹੋ ਜਿਹਾ ਸ਼ਾਮ ਕਾਲਾ ਰੰਗ ਜਿਹੜਾ ਉਹ ਵਰਨ ਆਕਾਸ਼ ਵਿੱਚ ਨਜ਼ਰ ਆਉਂਦਾ। ਮਿਲਦਾ ਦੁਰਬੋ ਸ਼ਬਦ ਪੁਕਾਰਾ। ਬੱਦਲਾਂ ਨੂੰ ਆਕਾਸ਼ ਵਿੱਚ ਵੇਖ ਕੇ ਧਰਤੀ ਦੇ ਉੱਤੇ ਦਾਦੁਰ ਕਹਿੰਦੇ ਨੇ ਡੱਡੂਆਂ ਨੂੰ। ਡੱਡੂਆਂ ਦੇ ਜਿਹੜੇ ਕਹਿੰਦੇ ਵੱਗਾਂ ਦੇ ਵੱਗ ਖੇਤਾਂ ਦੇ ਵਿੱਚ ਉੱਚੀ ਉੱਚੀ ਆਵਾਜ਼ ਦੇ ਵਿੱਚ ਬੋਲਦੇ ਹਨ। ਮਨੋ ਪੜਤ ਬਾਲਿਕ ਚਟ ਸਾਰਾ। ਕਹਿੰਦੇ ਜਦੋਂ ਡੱਡੂ ਬੋਲਦੇ ਨੇ ਏਦਾਂ ਜਾਪਦਾ ਜਿਵੇਂ ਕਿਸੇ ਚਟ ਸਾਲ ਦੇ ਵਿੱਚ ਬੱਚੇ ਉੱਚੀ ਉੱਚੀ ਨਹੀਂ ਪੜ੍ਹਦੇ ਹੁੰਦੇ ਤੇ ਉਹਨਾਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਕਹਿੰਦੇ ਏਦਾਂ ਡੱਡੂਆਂ ਦੇ ਬੋਲਣ ਦੀ ਆਵਾਜ਼ ਸੁਣਾਈ ਦੇ ਰਹੀ। ਆਕਾਸ਼ ਵਿੱਚ ਕਾਲੀ ਘਟਾ ਨੂੰ ਵੇਖ ਕੇ ਜਰ ਤੇ ਜਰ ਗਿਓ ਜੂ ਜਵਾਸਾ। ਸਾਰੀ ਬਨਸਪਤੀ ਖਿੜਦੀ ਆ ਜਦੋਂ ਮੀਂਹ ਪੈਂਦਾ, ਪਰ ਇੱਕ ਜਵਾਸੇ ਦਾ ਬੂਟਾ ਹੁੰਦਾ ਜਿਹੜਾ ਸੜ ਕੇ ਸਵਾਹ ਹੋ ਜਾਂਦਾ ਹੈ। ਕਹਿੰਦੇ ਧਰਤੀ ਤੇ ਜਿਹੜੇ ਜਵਾਸੇ ਦੇ ਬੂਟੇ ਨੇ ਉਹ ਸੜ ਕੇ ਸਵਾਹ ਹੋ ਗਏ ਹਨ। ਜੋ ਹਰ ਭਜਨ ਹੋਤੇ ਅਗਨਾਸ਼ਾ। ਜਵਾਸੇ ਦੇ ਬੂਟੇ ਕਿਵੇਂ ਸੜ ਕੇ ਸਵਾਹ ਹੋਏ ਨੇ? ਕਹਿੰਦੇ ਜਿਵੇਂ ਪਰਮੇਸ਼ਰ ਦਾ ਭਜਨ ਕੀਤਿਆਂ ਸਾਰੇ ਪਾਪ ਸੜ ਕੇ ਸਵਾਹ ਹੋ ਜਾਂਦੇ ਆ। ਰਸਨਾ ਤੋਂ ਕਹੀਏ ਨਾ ਸਤਿਨਾਮ ਸ਼੍ਰੀ ਵਾਹਿਗੁਰੂ। ਪਰਮੇਸ਼ਰ ਦਾ ਭਜਨ ਕੀਤਿਆਂ ਜਿਵੇਂ ਸਾਰੇ ਪਾਪ ਸੜ ਕੇ ਸਵਾਹ ਹੋ ਜਾਂਦੇ ਨੇ, ਏਦਾਂ ਆਕਾਸ਼ ਵਿੱਚ ਬੱਦਲਾਂ ਦੀ ਗੜਗੜਾਹਟ ਨੂੰ ਸੁਣ ਕੇ, ਵਰਸਦੇ ਮੀਂਹ ਨੂੰ ਜਾਣ ਕੇ ਜਿਹੜੇ ਜਵਾਸੇ ਦੇ ਬੂਟੇ ਨੇ ਉਹ ਸੜ ਕੇ ਸਵਾਹ ਹੋ ਗਏ ਨੇ। ਮਿਲ ਸਰਤਾ ਸੋ ਜੇ ਲਗੁ ਨਾਲਾ। ਮੀਂਹ ਪੈਂਦਾ ਨਾ ਤੇ ਮੀਂਹ ਵਰਸਦੇ ਵਿੱਚ ਜਿਹੜੇ ਛੋਟੇ ਛੋਟੇ ਬਰਸਾਤੀ ਨਾਲੇ ਹੁੰਦੇ ਆ ਉਹ ਨਦੀਆਂ ਦੇ ਨਾਲ ਮਿਲ ਕੇ ਸਿੰਧੂ ਸਰੂਪ ਭਏ ਤੈ ਕਾਲਾ। ਉਹ ਵੀ ਸਮੁੰਦਰ ਹੀ ਨਜ਼ਰ ਆਉਂਦੇ ਨੇ। ਇੰਨਾ ਮੀਂਹ ਪਿਆ ਕਿ ਛੋਟੇ ਛੋਟੇ ਬਰਸਾਤੀ ਨਾਲੇ ਵੀ ਨਦੀਆਂ ਨਾਲ ਮਿਲ ਕੇ ਸਮੁੰਦਰ ਬਣ ਗਏ ਨੇ। ਦੂਰ ਦੂਰ ਤੱਕ ਉਹਨਾਂ ਵਿੱਚ ਪਾਣੀ ਨਜ਼ਰ ਆਉਂਦਾ, ਭਰਿਆ ਵਗਦਾ ਹੋਇਆ। ਬ੍ਰਹਮ ਗਿਆਨ ਪੇ ਜੈਸ ਮਮੋਖੋ। ਕਹਿੰਦੇ ਜਿਵੇਂ ਕਿਸੇ ਮਮੋਖਸ਼ੂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਵੇ। ਬ੍ਰਹਮ ਰੂਪ ਹੋਵਤ ਬਿਨ ਦੋਖੋ। ਉਹ ਬਿਨਾਂ ਦੋਸ਼ ਤੋਂ ਬ੍ਰਹਮ ਰੂਪ ਹੋ ਜਾਂਦਾ ਨਾ। ਫਿਰ ਜਿਸ ਬ੍ਰਹਮ ਮਮੋਖਸ਼ੂ ਨੂੰ ਬ੍ਰਹਮ ਗਿਆਨ ਹੋ ਜੇ ਫਿਰ ਬ੍ਰਹਮ ਰੂਪ ਹੋ ਜਾਂਦਾ। ਕਹਿੰਦੇ ਇਸੇ ਤਰ੍ਹਾਂ ਇਹ ਬਰਸਾਤੀ ਨਾਲੇ ਨਦੀਆਂ ਵਿੱਚ ਮਿਲ ਕੇ ਸਮੁੰਦਰ ਰੂਪ ਹੋ ਗਏ ਨੇ। ਤੇ ਉਸੇ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਨੇ ਉਹ ਬ੍ਰਹਮ ਵਿੱਚ ਮਿਲ ਕੇ ਬ੍ਰਹਮ ਸਰੂਪ ਹੋ ਜਾਂਦੇ ਹਨ। ਤਜ ਮਰਿਆਦ ਉਛਰੇ ਲਗੁ ਤਾਲਾ। ਔਰ ਕਹਿੰਦੇ ਆਪਣੀ ਮਰਿਆਦਾ ਛੱਡ ਕੇ ਜਿਹੜੇ ਛੋਟੇ ਛੋਟੇ ਤਲਾਬ ਨੇ, ਛੋਟੇ ਛੋਟੇ ਪਿੰਡਾਂ ਦੇ ਛੱਪੜ ਹੁੰਦੇ ਆ, ਤਲਾਬ ਹੁੰਦੇ ਆ, ਕਹਿੰਦੇ ਉਹ ਵੀ ਸਮੁੰਦਰ ਹੀ ਨਜ਼ਰ ਆਉਂਦੇ ਆ, ਭਰ ਭਰ ਕੇ ਉਤਾਂਹ ਨੂੰ ਵਗ ਰਹੇ ਨੇ। ਜੋ ਸ਼੍ਰੀ ਮਦ ਤੇ ਨੀਚ ਕੁਚਾਲਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਅਲੰਕਾਰ ਦੇ ਨਾਲ ਨਾਲ ਸਿਧਾਂਤ ਕੈਸੇ ਸੁੰਦਰ ਵਰਣਨ ਕਰਦੇ। ਕਹਿੰਦੇ ਛੋਟੇ ਜਿਹੜੇ ਤਲਾਬ ਨੇ ਉਹ ਵੀ ਉਛਲ ਉਛਲ ਕੇ ਆਉਂਦੇ ਆ ਬਾਹਰ ਆਪਣੀ ਮਰਿਆਦਾ ਛੱਡ ਕੇ ਕਿਨਾਰਿਆਂ ਤੋਂ। ਕਿਵੇਂ? ਕਹਿੰਦੇ ਕਿਸੇ ਨੀਚ ਬੰਦੇ ਨੂੰ ਪ੍ਰਭਤਾ ਮਿਲ ਜਾਏ, ਨੀਚ ਨੂੰ
ਜਿਉ ਸ਼੍ਰੀ ਮਦ ਤੇ ਨੀਚ ਕੁਚਾਲਾ। ਆਹਾ, ਕਹਿੰਦੇ ਜਿਵੇਂ ਕਿਸੇ ਨੀਚ ਨੂੰ ਮਾਇਆ ਮਿਲ ਜਾਏ ਨਾ ਤੇ ਹੰਕਾਰ ਦੇ ਵਿੱਚ ਉਹ ਹੋਰ ਨੀਚ ਹੋ ਜਾਂਦਾ। ਕਹਿੰਦੇ ਇਸੇ ਤਰ੍ਹਾਂ ਛੋਟੇ ਛੋਟੇ ਤਲਾਬ ਜਦੋਂ ਮੀਂਹ ਪਿਆ ਤੇ ਉਹਨਾਂ 'ਚ ਪਾਣੀ ਭਰਿਆ ਤੇ ਉਹ ਮਰਿਆਦਾ ਛੱਡ ਕੇ ਬਾਹਰ ਵਗਣ ਲੱਗ ਪਏ, ਆਪਣੇ ਕਿਨਾਰਿਆਂ ਨੂੰ ਛੱਡ ਕੇ ਬਾਹਰ ਨੂੰ ਵਹਿਣ ਲੱਗ ਪਏ। ਹਾਂਜੀ, ਉਡਤ ਧੂੜ ਜੋ ਸਗਲ ਬਿਲਾਨੀ। ਜਿਹੜੀ ਧੂੜ ਮਿੱਟੀ ਘੱਟਾ ਉੱਡਦਾ ਸੀ ਉਹ ਸਾਰੀ ਸ਼ਾਂਤ ਹੋ ਕੇ ਬਹਿ ਗਈ ਮੀਂਹ ਦੇ ਨਾਲ। ਜਿਹੜੀ ਧੂੜ ਉੱਡਦੀ ਸੀ, ਮਿੱਟੀ ਉੱਡਦੀ ਸੀ, ਕਿਉਂਕਿ ਮੀਂਹ ਪੈ ਗਿਆ ਸਾਰੇ ਪਾਸੇ, ਉਹ ਮਿੱਟੀ ਸਾਰੇ ਪਾਸੇ ਬਹਿ ਕੇ ਸ਼ਾਂਤ ਹੋ ਗਈ। ਜੋ ਸਤਿਗੁਰ ਮਿਲ ਕੁਮਤ ਨਸਾਨੀ। ਏਦਾਂ ਮਿੱਟੀ ਬਹਿ ਗਈ, ਸ਼ਾਂਤ ਹੋ ਗਈ, ਜਿਵੇਂ ਸਤਿਗੁਰਾਂ ਨਾਲ ਮਿਲ ਕੇ ਖੋਟੀ ਮੱਤ ਦਾ ਨਾਸ ਹੋ ਜਾਂਦਾ। ਖੋਟੀ ਮੱਤ ਸ਼ਾਂਤ ਹੋ ਜਾਂਦੀ ਹੈ ਔਰ ਸ੍ਰੇਸ਼ਟ ਮੱਤ ਉਤਪੰਨ ਹੋ ਜਾਂਦੀ ਹੈ। ਪੰਥੀ ਚਲਤ ਧਾਮ ਬਿਸਰਾਮੇ। ਉਹਨਾਂ ਦਿਨਾਂ ਵਿੱਚ ਰਾਹ ਕੱਚੇ ਹੁੰਦੇ ਸੀ, ਮੁਸਾਫਰ ਜਿਹੜੇ ਸੀ ਉਹ ਸਫ਼ਰ ਕਰਨਾ ਛੱਡ ਕੇ ਘਰਾਂ 'ਚ ਟਿਕ ਜਾਂਦੇ ਸੀ। ਸਾਵਣ ਭਾਦਰੋਂ ਦਾ ਜਿਹੜਾ ਇਹ ਮਹੀਨਾ ਜਾਂ ਇਹਦੇ ਤੋਂ ਬਾਅਦ ਚਮਾਸੇ ਦੇ ਜਿਹੜੇ ਮਹੀਨੇ ਹੁੰਦੇ ਸੀ, ਉਹਨਾਂ ਵੇਲਿਆਂ 'ਚ ਲੋਕ ਚਮਾਸਿਆਂ 'ਚ ਸਫ਼ਰ ਨਹੀਂ ਸੀ ਕਰਦੇ। ਰਾਹ ਕੱਚੇ ਹੋਣੇ, ਪੈਂਡੇ ਤੈਅ ਕਰਨੇ ਔਖੇ ਹੁੰਦੇ ਸੀ, ਲੋਕ ਘਰਾਂ 'ਚ ਟਿਕ ਜਾਂਦੇ ਸੀ। ਮਾਂ ਕਵੀ ਜੀ ਕਹਿੰਦੇ ਜਿਹੜੇ ਉਹ ਮੁਸਾਫਰ ਨੇ ਉਹ ਸਾਰੇ ਸਫ਼ਰ ਨੂੰ ਛੱਡ ਕੇ ਆਪਣੇ ਘਰਾਂ ਦੇ ਵਿੱਚ ਟਿਕ ਗਏ ਨੇ। ਜੋ ਮਨ ਥਿਰ ਸਿਮਰਤ ਹਰ ਨਾਮੇ। ਕਹਿੰਦੇ ਏਦਾਂ ਟਿਕ ਗਏ ਨੇ ਜਿਵੇਂ ਪਰਮੇਸ਼ਰ ਦਾ ਸਿਮਰਨ ਕੀਤਿਆਂ ਮਨ ਟਿਕ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਮੁਸਾਫਰ ਸਫ਼ਰ ਛੱਡ ਕੇ, ਭੱਜ ਨੱਠ ਛੱਡ ਕੇ ਘਰਾਂ 'ਚ ਟਿਕ ਗਏ ਨੇ। ਏਦਾਂ ਟਿਕ ਗਏ ਨੇ ਜਿਵੇਂ ਸਿਮਰਨ ਕੀਤਿਆਂ ਮਨ ਟਿਕ ਜਾਂਦਾ ਹੈ, ਪਰਮੇਸ਼ਰ ਦਾ ਭਜਨ ਕੀਤਿਆਂ ਮਨ ਟਿਕਦਾ ਹੈ। ਜੋ ਲੀਲਾ ਕੀਨੀ ਰਿਤੂ ਬਰਖਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਸ ਵਰਖਾ ਦੀ ਰੁੱਤ ਦੇ ਵਿੱਚ ਜੋ ਲੀਲਾ ਕੀਤੀ ਹੈ, ਤਿਉ ਮੈਂ ਕਹਿਓ ਸੁਨੋ ਸੋ ਹਰਖਾ। ਉਹ ਕਥਾ ਮੈਂ ਹੁਣ ਤੁਹਾਨੂੰ ਸੁਣਾਉਂਦਾ ਹਾਂ। ਸਰੋਤਾ ਜਨੋ, ਤੁਸੀਂ ਖੁਸ਼ੀ ਨਾਲ ਸੁਣੋ। ਇਹੋ ਜੀ ਪਾਵ ਸਰੁੱਤ ਵੇਖੋ ਕਿੰਨਾ ਸੋਹਣਾ ਅਲੰਕਾਰ ਬੰਨਿਆ। ਪਹਿਲਾਂ ਕਾਲਕਾ ਦਾ ਰੂਪ ਅਲੰਕਾਰ ਬੰਨ ਕੇ ਬੱਦਲਾਂ ਨੂੰ ਉਸ ਤਰੀਕੇ ਦੀ ਤਰਜੀਹ ਦਿੱਤੀ ਹੈ। ਇਹਨੂੰ ਉਪਮਾ ਅਲੰਕਾਰ ਕਹਿੰਦੇ ਆ। ਉਪਮਾ ਦੇ ਕੇ ਦੱਸਣਾ, ਜਿਵੇਂ ਕਿਸੇ ਨੂੰ ਕਹਿਣਾ ਜੀ ਤੇਰਾ ਚਿਹਰਾ ਜਿਹੜਾ ਸੂਰਜ ਵਾਂਗੂ ਦਗ ਦਗ ਕਰਦਾ, ਤੇ ਕੋਈ ਆਖਿਓ ਤੂੰ ਮੈਨੂੰ ਸੂਰਜ ਵਾਂਗੂ ਕਹਿਣਾ, ਸੂਰਜ ਤਾਂ ਸਾੜਦਾ, ਮੈਂ ਤੈਨੂੰ ਸਾੜਦਾ। ਉਹ ਕਹਿੰਦਾ ਨਾ ਭਾਈ, ਇੱਕ ਪੱਖ ਲੈਣਾ ਉਦਾਹਰਣ ਦਾ। ਕਾਲਕਾ ਦਾ ਅਲੰਕਾਰ ਦੇ ਕੇ ਬੱਦਲਾਂ ਦੀ ਜਿਹੜੀ ਆਕਾਸ਼ ਵਿੱਚ ਛਾਏ ਹੋਏ ਬੱਦਲ ਨੇ ਉਹਨਾਂ ਨੂੰ ਉਪਮਾ ਦਿੱਤੀ ਹੈ ਵੀ ਇਦਾਂ ਦੇ ਹੋ ਗਏ ਨੇ। ਇਹਦਾ ਮਤਲਬ ਇਹ ਨਹੀਂ ਕਿ ਮਾਂ ਕਵੀ ਜੀ ਕਾਲਕਾ ਦੇ ਪੁਜਾਰੀ ਨੇ। ਉਪਮਾ ਅਲੰਕਾਰ ਇਹਨੂੰ ਕਹਿੰਦੇ। ਅੱਜ ਕੱਲ ਬਿਨਾਂ ਕੁਝ ਜਾਣਿਆ, ਬਿਨਾਂ ਕੁਝ ਸਮਝਿਆ, ਬਿਨਾਂ ਕਿਸੇ ਵਿਦਿਆ ਦੇ ਗੁਰ ਤੋਂ ਬੜੀ ਛੇਤੀ ਲੋਕ ਸੰਸਾਰਗ੍ਰਸਤ ਹੋ ਜਾਂਦੇ। ਵੇਖੋ ਜੀ ਚੰਡਕਾ ਦੀ ਇੱਥੇ ਗੱਲ ਹੋ ਰਹੀ, ਕਾਲਕਾ ਦੀ ਪੂਜਾ ਹੋ ਰਹੀ। ਕਾਲਕਾ ਦੀ ਗੱਲ ਕੇਵਲ ਉਹਦਾ ਉਦਾਹਰਣ ਦਿੱਤੀ ਆ ਵੀ ਇਦਾਂ। ਉਦਾਹਰਣਾਂ ਤਾਂ ਕਿਸੇ ਦੀਆਂ ਵੀ ਦਿੱਤੀਆਂ ਜਾ ਸਕਦੀਆਂ ਨੇ। ਸਿੱਖ ਰਹਿਤ ਮਰਿਆਦਾ ਵਿੱਚ ਵੀ ਬਚਨ ਨੇ ਕਿ ਕਥਾ ਕਰਦਿਆਂ ਕਥਾ ਗੁਰਬਾਣੀ ਦੀ, ਗੁਰ ਇਤਿਹਾਸ ਦੀ ਹੋਵੇ, ਪਰ ਉਦਾਹਰਣ ਕਿਸੇ ਵੀ ਧਰਮ ਗ੍ਰੰਥ ਦੀ ਦਿੱਤੀ ਜਾ ਸਕਦੀ ਹੈ। ਕਿਸੇ ਵੀ ਧਰਮ ਦੀ ਹੋਵੇ, ਕਿਸੇ ਵੀ ਮਤ ਦੀ ਹੋਵੇ। ਉਦਾਹਰਣ ਵਜੋਂ ਕਿਤੇ ਵੀ ਸਿਧਾਂਤ ਲਿਆ ਜਾ ਸਕਦਾ, ਕਿਸੇ ਮਹਾਂਪੁਰਸ਼ ਦੀ ਵੀ ਬਚਨ ਦੀ ਉਦਾਹਰਣ ਲਈ ਜਾ ਸਕਦੀ ਹੈ। ਖੈਰ, ਤੋ ਮਾਂ ਕਵੀ ਜੀ ਕਹਿੰਦੇ ਇਹੋ ਜੀ ਪਾਵਸ ਰਿਤੂ ਵਿੱਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਜੋ ਲੀਲਾ ਕੀਤੀ ਹੈ ਉਹ ਤੁਸੀਂ ਸੁਣੋ, ਮੈਂ ਸੁਣਾਉਂਦਾ ਹਾਂ। ਏਕ ਦਿਵਸ ਕਾਲੂ ਲੈ ਅੰਕਾ। ਇੱਕ ਦਿਨ ਦਾ ਬਚਨ ਹੈ ਕਿ ਪਿਤਾ ਮਹਿਤਾ ਕਾਲੂ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਕੋਲ ਲੈ ਕੇ ਬੈਠੇ ਨੇ। ਕਰ ਦੁਲਾਰ ਪਿਕ ਬਦਨ ਮੇ ਅੰਕਾ। ਔਰ ਬੜਾ ਦੁਲਾਰ ਕਰਦੇ, ਗੁਰੂ ਨਾਨਕ ਸਾਹਿਬ ਦੇ ਚਿਹਰੇ ਤੇ ਹੱਥ ਫੇਰਦੇ, ਮੱਥਾ ਚੁੰਮਦੇ। ਬਚਨ ਕਹਿਤ ਸੁਤ ਤੂੰ ਭਾ ਸਿਆਣਾ। ਪਿਤਾ ਜੀ ਬੋਲੇ, ਬੇਟਾ ਤੂੰ ਹੁਣ ਸਿਆਣਾ ਹੋ ਗਿਆ, ਤੂੰ ਹੁਣ ਵੱਡਾ ਹੋ ਗਿਆ। ਹਾਂਜੀ, ਅਬ ਨਾ ਕਰਤ ਗੋ ਸੰਗ ਬਨ ਜਾਣਾ। ਹੁਣ ਤੂੰ ਇਹਨਾਂ ਗਊਆਂ ਤੇ ਮੱਝਾਂ ਨੂੰ ਚਾਰਨ ਨਾ ਜਾਇਆ ਕਰ, ਹੁਣ ਆਪੇ ਨੌਕਰ ਜਾਇਆ ਕਰਨਗੇ।
ਤੂੰ ਹੁਣ ਇਹਨਾਂ ਨਾਲ ਨਾ ਜਾਇਆ ਕਰ। ਉਬੈ ਬ੍ਰਿਖਬ ਨਿਜ ਔਛਕ ਮਾਈ। ਆਪਣੇ ਘਰ 2 ਬਲਦਾਂ ਦੀ ਜੋੜੀ ਹੈ ਬੜੀ ਸੁੰਦਰ, ਬੜੇ ਬਲੀ ਬਲਦ ਨੇ, ਨਰੋਏ ਬਲਦ ਨੇ, ਸਿਆਣੇ ਨੇ ਤੇ ਬੜੀ ਮਜ਼ਬੂਤ ਜੋੜੀ ਹੈ ਬਲਦਾਂ ਦੀ। ਲਿਓ ਨਿਕਾਸ ਤਰੁਨ ਬਨ, ਲਿਓ ਨਿਕਾਸ ਤਰੁਨ ਜੋ ਆਈ। ਆਪਣੇ ਘਰ ਬਲਦ ਹੋਰ ਵੀ ਨੇ ਬਹੁਤ, ਪਰ ਜਿਹੜੇ ਜਵਾਨ ਜੇ ਬਲਦ ਨੇ ਨਾ ਤਗੜੇ, ਬੇਟਾ ਉਹ ਬਲਦਾਂ ਦੀ ਜੋੜੀ ਕੱਢ ਲੈ ਆਪਣੇ ਘਰ ਚੋਂ। ਹਾਂਜੀ, ਲਾਂਗੁਲ ਸੰਗ ਬੌਰ ਕਰ ਕਾਮਾ। ਤੇ ਹਲ ਲੈ ਲੈ ਤੇ ਮੇਰਾ ਪੁੱਤ ਹੁਣ ਖੇਤ ਦੇ ਵਿੱਚ ਹਲ ਵਾਹਿਆ ਕਰ, ਖੇਤੀ ਕਰਿਆ ਕਰ। ਪਿਤਾ ਜੀ ਕਹਿੰਦੇ ਹਲ ਲੈ ਲੈ ਤੇ ਹਲ ਲੈ ਕੇ ਖੇਤੀ ਵਾਹਿਆ ਕਰ। ਬੀਜ ਸੁਲੈ ਹੋ ਸਵਾ ਮਨ ਧਾਮਾ। ਤੇ ਆ ਘਰੋਂ 1.25 ਮਣ ਬੀਜ ਲੈ ਜਾ ਤੇ ਜਾ ਕੇ ਹਲ ਵਾਹ। ਪਹਿਲਾਂ ਖੇਤ ਵਿੱਚ ਵੱਤਰ ਆਇਆ ਹੋਇਆ ਤੇ ਵੱਤਰ ਦੇ ਵਿੱਚ ਉਹ ਬੀਜ ਬੀਜਣਾ ਸੌਖਾ ਹੋਵੇਗਾ। ਬਲਦ ਲੈ ਜਾ ਨਵੇਂ, ਜਿਹੜੇ ਐਨ ਜਵਾਨ ਨੇ, ਹਲ ਵਾਹੁੰਦੇ ਆ, ਜਿਹੜੇ ਮਾੜੀ ਮੋਟੀ ਵੀ ਥਕੇਵਾਂ ਨਾ ਮੰਨਣ। ਤੇ ਫਿਰ ਆ 1.25 ਮਣ ਬੀਜ ਲੈ ਜਾ ਘਰੋਂ। ਇਹ ਬੀਜ ਜਾ ਕੇ ਖੇਤਾਂ ਵਿੱਚ ਹਲ ਵਾਹ ਕੇ ਬੀਜ ਦੇ। ਜਾਏ ਰਾਹੀਏ ਖੇਤ ਨਿਰਾਲਾ। ਤੇ ਤੂੰ ਆਪਣਾ ਖੇਤ ਵੱਖਰਾ ਰੱਖੀ, ਮੈਨੂੰ ਨਾ ਦੇਈ ਕੁਝ। ਪਿਤਾ ਜੀ ਵੇਖੋ ਲਾਲਚ ਦਿੰਦੇ ਵੀ ਜਿਹੜੀ ਫਸਲ ਤੂੰ ਬੀਜਣੀ ਆ ਨਾ ਉਹ ਖੇਤ ਤੇਰਾ, ਉਹਦੇ ਚ ਜਿੰਨੀ ਫਸਲ ਆਵੇ ਉਹ ਤੇਰੀ, ਉਹਦੇ ਵਿੱਚੋਂ ਜਿੰਨੀ ਆਮਦਨ ਹੋਵੇ ਉਹ ਤੂੰ ਵੱਖਰੀ ਆਪਣੀ ਜਮ੍ਹਾਂ ਕਰੀ। ਚੱਲ ਹੁਣ ਤੂੰ ਤਗੜਾ ਹੋ ਗਿਆ, ਵੱਡਾ ਹੋ ਗਿਆ, 2 ਪੈਸੇ ਜੋੜੇਗਾ, ਤੇਰਾ ਵਿਆਹ ਕਰਾਂਗਾ, ਕੱਲ ਨੂੰ ਸ਼ਾਦੀ ਕਰਾਂਗਾ ਤੇ ਤੈਨੂੰ ਮੇਰੇ ਹੱਥਾਂ ਵੱਲ ਨਹੀਂ ਤੱਕਣਾ ਪਵੇਗਾ, ਆਪਣੇ ਪੈਰਾਂ ਤੇ ਹੋ ਜਾਏਗਾ। ਏਦਾਂ ਜਿਵੇਂ ਪਿਓਆਂ ਦੀ ਹੁੰਦੀ ਆ ਮਨ ਵਿੱਚ ਪੁੱਤਰਾਂ ਪ੍ਰਤੀ ਉਮੀਦ ਹੁੰਦੀ, ਆਸ ਹੁੰਦੀ ਹੈ। ਤੋ ਪਿਤਾ ਜੀ ਕਹਿੰਦੇ ਤੁਸੀਂ ਆਪਣਾ ਖੇਤ ਵੱਖਰਾ ਰੱਖੋ, ਮੈਨੂੰ ਉਹਦੇ ਵਿੱਚ ਮੈਂ ਤੈਨੂੰ ਘਰੋਂ ਬੀਜ ਦੇ ਦੇਣਾ, ਬਲਦ ਦੇ ਦੇਣਾ, ਕਾਮਾ ਵੀ ਦੇ ਦੇਣਾ, ਨੌਕਰ ਵੀ ਦੇ ਦੇਣਾ ਇੱਕ, ਤੇ ਤੁਸੀਂ ਆਪਣੀ ਵੱਖਰੀ ਖੇਤੀ ਕਰ ਲਵੋ। ਕਰੋ ਨੀਰ ਸੋ ਤੈ ਪ੍ਰਤਪਾਲਾ। ਤੇ ਮੈਂ ਖੇਤ ਵੀ ਤੁਹਾਨੂੰ ਉਹ ਦਿਆਂਗਾ ਜਿਹੜੇ ਖੂਹ ਦੇ ਨੇੜੇ ਨੇ। ਖੂਹ ਦੇ ਨੇੜੇ ਖੇਤ ਵਾਲੇ ਖੇਤ ਨੂੰ ਤੁਸੀਂ ਜਾ ਕੇ ਵਾਹ ਲਓ, ਉੱਥੋਂ ਪਾਣੀ ਲਾਣਾ ਵੀ ਸੁਖਾਲਾ ਹੋਵੇਗਾ। ਮ੍ਰਿਗ ਪਸ਼ੂਨ ਕੇ ਹੋਏ ਰਖਵਾਰੇ। ਪਰ ਹਾਂ ਫਸਲ ਬੀਜ ਕੇ ਪਸ਼ੂਆਂ ਤੋਂ ਤੇ ਹਿਰਨਾਂ ਤੋਂ ਰਾਖੀ ਵੀ ਰੱਖਣੀ। ਜੰਗਲ ਹੈ ਬਾਹਰ, ਆਲੇ ਦੁਆਲੇ ਪਸ਼ੂ ਬੜੇ ਫਿਰਦੇ ਆ, ਹਿਰਨ ਫਿਰਦੇ ਆ, ਰੋਜ਼ਾਂ ਫਿਰਦੀਆਂ ਨੇ, ਸੂਰ ਫਿਰਦੇ ਆ, ਉਹਨਾਂ ਤੋਂ ਆਪਣੀ ਖੇਤ ਨੂੰ ਫਸਲ ਨੂੰ ਬਚਾਉਣਾ ਹੈ। ਕ੍ਰਿਖੀ ਪਕਾਏ ਕੀਜੇ ਖਲਵਾਰੇ। ਔਰ ਫਸਲ ਪਕਾ ਕੇ ਤੇ ਫਿਰ ਉਹਨੂੰ ਗਾਣ ਪਾ ਕੇ ਫਸਲ ਕੱਢ ਲਵੇਂ। ਜੇ ਅਨ ਆਨੋ ਬਹੁ ਇੱਕ ਬਾਰੀ। ਪੁੱਤਰ ਜੇ ਇੱਕ ਵਾਰੀ ਤੂੰ ਚੰਗੀ ਫਸਲ ਲੈ ਕੇ ਘਰ ਆਇਆ, ਰੱਖ ਦੇਵੋ ਕਾਮੇ ਦੋਏ ਚਾਰੀ। ਫਿਰ ਮੈਂ ਤੈਨੂੰ 2-4 ਨੌਕਰ ਰੱਖ ਦਿਆਂਗਾ ਨਾਲ। ਹੁਣ ਫਿਲਹਾਲ ਇੱਕੋ ਹੀ ਨੌਕਰ ਦਿਆਂਗਾ। ਇੱਕ ਵਾਰ ਤੂੰ ਚੰਗੀ ਫਸਲ ਉਗਾ ਕੇ ਘਰ ਲਿਆ ਤੇ ਮੈਂ ਤੇਰੇ ਨਾਲ 2-4 ਕਾਮੇ ਰੱਖ ਦਿਆਂਗਾ। ਅਸ ਬਿਦ ਕੀ ਕ੍ਰਿਤ ਕਰੋ ਨਿਭਾਈ। ਤੇ ਖੇਤੀ ਕਰਨ ਦੀ ਜਿਹੜੀ ਇਹ ਵਿਧ ਹੈ ਬੜੀ ਉੱਤਮ ਹੈ। ਸਿਆਣੇ ਕਹਿੰਦੇ ਆ ਉੱਤਮ ਖੇਤੀ ਮੱਧਮ ਵਪਾਰ ਤੇ ਨਖਿੱਧ ਚਾਕਰੀ, ਕਹਾਵਤ ਹੈ। ਖੇਤੀ ਕਰਨੀ ਤਾਂ ਬੜੀ ਉੱਤਮ ਹੈ ਤੇ ਤੁਸੀਂ ਜਾ ਕੇ ਖੇਤੀ ਕਰੋ, ਹਲ ਵਾਵੋ ਤੇ ਆਪਣੀ ਇਸ ਕਿਰਤ ਦੇ ਨਾਲ ਨਿਰਵਾਹ ਕਰੋ। ਅਟੁੱਟ ਹੋਏ ਸਭ ਕਿਛ ਘਰ ਮਾਹੀ। ਜ਼ਮੀਨ ਆਪਣੀ ਹੈ, 20 ਖੂਹਾਂ ਦੀ ਖੇਤੀ ਆਪਾਂ ਨੂੰ ਮਿਲ ਸਕਦੀ ਹੈ। ਰਾਏ ਬੁਲਾਰ ਨੇ ਵੀ ਆਪਾਂ ਨੂੰ ਖੁੱਲ੍ਹ ਦਿੱਤੀ ਹੋਈ ਹੈ, ਪਟਵਾਰੀ ਦੀ ਆਪਣੀ ਕਿਰਤ। ਇਸ ਕਰਕੇ ਇਸ ਕਿਰਤ ਦੇ ਨਾਲ ਆਪਣੇ ਘਰ ਦਾ ਖੁੱਲ੍ਹਾ ਨਿਰਵਾਹ ਹੋਵੇਗਾ, ਅਟੁੱਟ ਮਾਇਆ ਘਰ ਵਿੱਚ ਆਵੇਗੀ। ਸ਼੍ਰੀ ਨਾਨਕ ਸੁਨ ਕਰ ਪਿਤ ਬਾਨੀ। ਸਤਿਗੁਰੂ ਜੀ ਨੇ ਪਿਤਾ ਜੀ ਦੇ ਬੋਲ ਸੁਣੇ। ਜੋ ਤਨ ਤ੍ਰਿਸ਼ਨਾ ਮੈਂ ਲਪਟਾਨੀ। ਸੁਣਿਆ ਕਿ ਪਿਤਾ ਜੀ ਦੇ ਬੋਲ ਧਨ ਦੀ ਤ੍ਰਿਸ਼ਨਾ ਚ ਲੰਪਟ ਨੇ। ਪਿਤਾ ਜੀ ਨੂੰ ਮਾਇਆ ਚੰਗੀ ਲੱਗਦੀ ਹੈ, ਉਹ ਧਨ ਦੇ ਵਿੱਚ ਲੰਪਟ ਹੋ ਰਹੇ ਨੇ। ਸਤਿਗੁਰਾਂ ਨੇ ਉਪਰਾਮਤਾ ਤਾਂ ਲਿਆਉਣੀ ਸੀ ਨਾ। ਇਹ ਨਹੀਂ ਕਿ ਮੇਰੇ ਪਾਤਸ਼ਾਹ ਨੇ ਬਾਅਦ ਚ ਖੇਤੀ ਨਹੀਂ ਕੀਤੀ। ਕਰਤਾਰਪੁਰ ਸਾਹਿਬ ਆਪਣੇ ਜੀਵਨ ਦਾ ਅੰਤਲਾ ਸਮਾਂ ਮਹਾਰਾਜ ਜੀ ਨੇ ਹਲ ਵਾਹੁੰਦਿਆਂ ਬਤੀਤ ਕੀਤਾ। ਪੰਜਾਬ ਦੀ ਇਸ ਪਾਵਨ ਧਰਤੀ ਨੂੰ ਮੇਰੇ ਸਾਹਿਬ ਨੇ ਆਪਣੇ ਹਲਾਂ ਨਾਲ ਪਵਿੱਤਰ ਕੀਤਾ। ਇਸੇ ਕਰਕੇ ਇਸ ਧਰਤੀ ਦੇ ਨਾਲ ਪੰਜਾਬ ਵਿੱਚ ਵਸਦੇ ਵਸਿੰਦਿਆਂ ਦਾ, ਗੁਰਸਿੱਖਾਂ ਦਾ ਨਿਉ ਹੈ
ਕਿਉਂਕਿ ਇੱਥੇ ਗੁਰੂ ਨਾਨਕ ਸਾਹਿਬ ਦਾ ਪਸੀਨਾ ਮਿਲਿਆ ਹੋਇਆ। ਇਸ ਧਰਤੀ ਨੂੰ ਖੋਹ ਕੇ ਜਰਵਾਣੇ ਬਾਹਰਲੇ ਹੁਕਮਰਾਨਾਂ ਨੂੰ ਲਿਆ ਕੇ ਇੱਥੇ ਬਿਠਾਉਣਾ ਚਾਹੁੰਦੇ ਆ, ਜਿਸ ਨੂੰ ਸਾਡੇ ਜ਼ਿਮੀਂਦਾਰ ਵੀਰਾਂ ਨੇ ਪਸੰਦ ਨਹੀਂ ਕੀਤਾ ਔਰ ਆਪਣੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਸਾਲ ਭਰ ਦਾ ਸਮਾਂ ਹੋਣ ਵਾਲਾ ਹੈ। ਦਿੱਲੀ ਦੇ ਦਰਵਾਜ਼ਿਆਂ ਤੇ ਬਰੂਹਾਂ ਤੇ ਸਾਡੇ ਵੀਰ ਬੈਠੇ ਆ ਆਪਣੇ ਹੱਕ ਲੈਣ ਵਾਸਤੇ। ਤੋ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਪਿਤਾ ਜੀ ਦਾ ਮਨ ਧਨ ਦੀ ਤ੍ਰਿਸ਼ਨਾ ਦੇ ਵਿੱਚ ਲੰਪਟ ਹੋ ਰਿਹਾ ਹੈ। ਸੁਨੋ ਪਿਤਾ ਜੀ ਆਇਸ ਜੈਸੀ, ਇਹ ਪਿਤਾ ਜੀ ਸੁਣੋ ਜਿਵੇਂ ਤੁਹਾਡੀ ਆਗਿਆ ਹੈ। ਕਹੋ ਆਪੋ ਕਰਹੁ ਤੈਸੀ, ਤੁਸੀਂ ਜਿਵੇਂ ਕਹਿੰਦੇ ਹੋ ਮੈਂ ਇਸੇ ਤਰ੍ਹਾਂ ਕਰਾਂਗਾ, ਜਿਵੇਂ ਤੁਸੀਂ ਆਖਿਆ ਮੈਂ ਇਸੇ ਤਰ੍ਹਾਂ ਕਰਾਂਗਾ। ਤਬ ਕਾਲੂ ਦੀਏ ਬੀਜ ਤੁਲਾਇਆ, ਪਿਤਾ ਜੀ ਨੇ 1.25 ਮਣ ਬੀਜ ਤੋਲ ਕੇ ਦਿੱਤਾ, ਜਿੰਨੀ ਕਿ ਜ਼ਮੀਨ ਵਿੱਚ ਬੀਜਿਆ ਜਾਣਾ ਸੀ ਉਹ ਹਿਸਾਬ ਦੇ ਨਾਲ ਤੋਲ ਕੇ 1.25 ਮਣ ਬੀਜ ਪਿਤਾ ਜੀ ਨੇ ਦਿੱਤਾ। ਇੱਕ ਕਾਮਾ ਸੁਤ ਸੰਗ ਚਲਾਇਆ, ਔਰ ਇੱਕ ਕਾਮਾ ਯਾਨੀ ਕਿ ਇੱਕ ਨੌਕਰ ਉਹ ਸਤਿਗੁਰੂ ਜੀ ਦੇ ਨਾਲ ਰਲਾ ਦਿੱਤਾ ਵੀ ਤੂੰ ਜਾ ਕੇ ਇਹਨਾਂ ਦੀ ਮਦਦ ਕਰਨੀ ਹੈ ਬੀਜ ਬਜਾਉਣ ਵਿੱਚ। ਲਾਂਗੁਲ ਬੀਜ ਲਏ ਕਰ ਦੋ, ਮਹਾਰਾਜ ਜੀ ਨੇ ਹਲ ਚੁੱਕ ਕੇ ਮੋਢੇ ਤੇ ਰੱਖਿਆ। ਫਲੇ ਵਾਲਾ ਹਲ ਹੁੰਦਾ ਬਲਦਾਂ ਦੇ ਪਿੱਛੇ, ਉਹ ਫਲਾ ਮਹਾਰਾਜ ਜੀ ਨੇ ਮੋਢੇ ਤੇ ਰੱਖਿਆ। ਬਲਦ ਹੱਕੇ ਬੀਜ ਨਾਲ ਨੌਕਰ ਨੇ ਚੁੱਕਿਆ, ਲੈ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਖੇਤ ਵੱਲ ਗਏ। ਵਾਹਣ ਗਏ ਭੂਮਿਕਾ ਸੋ, ਜਿਹੜੀ ਜ਼ਮੀਨ ਪਿਤਾ ਜੀ ਨੇ ਕਹੀ ਸੀ ਉਸ ਜ਼ਮੀਨ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਹਲ ਵਾਹਿਆ ਹੈ। ਨਿਰੰਕਾਰ ਦੇ ਰੰਗਾਂ ਵਿੱਚ ਰੰਗਿਆ ਹੋਇਆ ਸਤ ਕਰਤਾਰ ਕਹਿ ਕੇ ਫੜਾ ਜ਼ਮੀਨ ਦੇ ਵਿੱਚ ਗੱਡਿਆ ਤੇ ਬਲਦਾਂ ਨੂੰ ਹੱਕਿਆ ਹੈ। ਕਹੂੰ ਕਹੂੰ ਕਾਢਿਓ ਸਿਆਰਾ, ਕਿਤੇ ਕਿਤੇ ਸਿਆੜ ਕੱਢਦੇ ਜਾਂਦੇ ਆ ਮਹਾਰਾਜ, ਸੰਘਣੇ ਸਿਆੜ ਨਹੀਂ ਕੱਢੇ ਮਹਾਰਾਜ ਜੀ ਨੇ। ਉਹ ਕਿਤੇ ਕਿਤੇ ਟਾਵਾਂ, ਇੱਕ ਇੱਥੇ ਸਿਆੜ ਕੱਢ ਕੇ ਫਿਰ ਥੋੜੀ ਜਿਹੀ ਜਗ੍ਹਾ ਛੱਡ ਕੇ ਫਿਰ ਸਿਆੜ ਕੱਢਦੇ ਆ। ਤੋ ਕਿਤੇ ਕਿਤੇ ਵਿਰਲੇ ਵਿਰਲੇ ਸਿਆੜ ਮਹਾਰਾਜ ਜੀ ਨੇ ਖੇਤ ਦੇ ਵਿੱਚ, ਜਿਹਨੂੰ ਆਪਾਂ ਅੱਜ ਕੱਲ ਸੀਂ ਕਹਿ ਦਿੰਨੇ ਆ ਕਿਉਂਕਿ ਬਲ ਦੇ ਨਾਲ ਤਾਂ ਇੱਕੋ ਹੀ ਫੜਾ ਚੱਲਦਾ, ਤੇ ਉਸ ਫੜੇ ਦੇ ਨਾਲ ਇੱਕ ਇੱਕ ਸਿਆੜ ਕੱਢ ਸਤਿਗੁਰੂ ਜੀ ਕੱਢਦੇ ਜਾ ਰਹੇ ਨੇ। ਜਿਤੋ ਬੀਜ ਦੀਏ ਸਭ ਬਿਸਤਾਰਾ, ਜਿੰਨੇ ਇੱਕ ਮਹਾਰਾਜ ਜੀ ਨੇ ਸਿਆੜ ਕੱਢੇ ਨਾ ਉਹਦੇ ਵਿੱਚ ਪਾਤਸ਼ਾਹ ਜੀ ਨੇ ਬੀਜ ਜਿਹੜਾ ਸੀ ਉਹ ਖਿਲਾਰ ਦਿੱਤਾ, ਉੱਤੋਂ ਸੁਹਾਗਾ ਫੇਰ ਦਿੱਤਾ। ਭਾਈ ਸੰਜ ਆਏ ਨਿਜ ਸਦਨਾ, ਸ਼ਾਮ ਪੈ ਗਈ, ਜਿੰਨਾ ਬੀਜ ਸੀ ਉਹ ਮਹਾਰਾਜ ਜੀ ਨੇ ਸਿਆੜ ਕੱਢ ਕੇ ਵਿੱਚ ਬੀਜ ਪਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਬੀਜ ਦਾ ਛੱਟਾ ਮਾਰ ਕੇ ਸੁਹਾਗਾ ਫੇਰ ਕੇ ਗਰੀਬ ਨਵਾਜ ਪਾਤਸ਼ਾਹ ਜਦੋਂ ਹਨੇਰਾ ਜਾ ਪਿਆ ਤੇ ਸਾਰਾ ਕੰਮ ਨਿਬੇੜ ਕੇ ਘਰ ਆ ਗਏ। ਕਾਲੂ ਪਰ ਫੁੱਲਿਤ ਪਿਖ ਬਦਨਾ, ਪਿਤਾ ਜੀ ਨੇ ਸਤਿਗੁਰੂ ਜੀ ਨੂੰ ਵੇਖਿਆ, ਮੇਰਾ ਪੁੱਤ ਅੱਜ ਹਲ ਵਾਹ ਕੇ ਆਇਆ, ਬੜੇ ਖੁਸ਼ ਹੋਏ ਪਿਤਾ ਜੀ। ਪਿਓ ਦੇ ਮਨ 'ਚ ਬੜੀ ਖੁਸ਼ੀ ਹੋਈ ਕਿ ਮੇਰੇ ਪੁੱਤ ਨੂੰ ਪਹਿਲੇ ਦਿਨ ਕੰਮ ਕਿਹਾ ਸੀ ਖੇਤੀ ਦਾ, ਇੱਕੋ ਦਿਨ 'ਚ ਹੀ ਬੀਜ ਆਇਆ, ਇੱਕੋ ਦਿਨ 'ਚ ਹੀ ਸਿਆੜ ਕੱਢੇ ਤੇ ਫਸਲ ਬੀਜ ਆਇਆ। ਸ਼੍ਰੀ ਗੁਰ ਕਰ ਮੈਂ ਬਰਕਤ ਭਾਰੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਹੱਥਾਂ ਵਿੱਚ ਬੜੀ ਵੱਡੀ ਬਰਕਤ ਹੈ। ਕਹਿ ਮੈਂ ਸ਼ਕਤ ਸੋ ਕਰੇ ਉਚਾਰੀ, ਕਹਿੰਦੇ ਜਿੱਡੀ ਬਰਕਤ ਮੇਰੇ ਸਾਹਿਬ ਦੇ ਹੱਥਾਂ ਵਿੱਚ ਹੈ, ਕਿਸ ਵਿੱਚ ਹੈ ਇੰਨੀ ਸ਼ਕਤੀ ਜਿਹੜਾ ਸਤਿਗੁਰਾਂ ਦੇ ਹੱਥਾਂ ਦੀ ਬਰਕਤ ਨੂੰ ਬਿਆਨ ਕਰਕੇ ਦੱਸ ਸਕੇ। ਕਿਹਦੇ 'ਚ ਇੰਨੀ ਸ਼ਕਤੀ ਹੈ? ਗੁਰੂ ਸਾਹਿਬ ਜੀ ਦੇ ਹੱਥਾਂ ਵਿੱਚ ਜਿਤਨੀ ਬਰਕਤ ਹੈ। ਦਿਵਸ ਤੀਸਰੇ ਭੀ ਸਬਜ਼ਾਈ, ਆਮ ਬੀਜ ਬੀਜਿਆ ਹੋਵੇ ਹਫ਼ਤੇ ਭਰ ਬਾਅਦ ਕਿਤੇ ਉੱਗਦਾ ਨਿਕਾ ਨਿਕਾ ਥੋੜੀ ਥੋੜੀ ਅੰਗੂਰੀ ਮਾਰਦਾ, ਕਹਿੰਦੇ ਤੀਜੇ ਦਿਨ ਹੀ ਬੀਜ ਉੱਗ ਕੇ ਬਾਹਰ ਆ ਗਿਆ ਜ਼ਮੀਨ 'ਚੋਂ। ਤੀਜੇ ਦਿਨ ਹੀ ਸਾਰੀ ਫਸਲ ਜਿੰਨੇ ਖੇਤ ਸੀ ਹਰੇ ਹਰੇ ਰੰਗ ਦਾ ਉਹ ਨਜ਼ਰ ਆਉਣ ਲੱਗ ਪਿਆ। ਸਬਜ਼ਾਈ ਅੰਗੂਰੀ ਮਾਰਨਾ ਕਹਿੰਦੇ ਉਹ ਨਜ਼ਰ ਆਉਣ ਲੱਗ ਪਿਆ। ਜਨ ਅਵਨੀ ਨਿਜ ਅਨੰਦ ਜਨਾਈ, ਮਾਨੋ ਧਰਤੀ ਆਪਣਾ ਆਨੰਦ ਪ੍ਰਗਟ ਕਰਕੇ ਬਾਹਰ ਪ੍ਰਗਟ ਕਰ ਰਹੀ ਹੈ ਕਿ ਮੈਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚਰਨਾਂ ਨਾਲ ਪਵਿੱਤਰ ਕੀਤਾ ਹੈ। ਉਹ ਹਰੇ ਹਰੇ ਰੰਗ ਦੀ ਫਸਲ ਉੱਗ ਕੇ ਜਿਹੜੀ ਬਾਹਰ ਆਈ ਹੈ ਨਾ, ਕਹਿੰਦੇ ਮਾਨੋ
ਧਰਤੀ ਆਪਣੇ ਅੰਦਰ ਦਾ ਆਨੰਦ ਪ੍ਰਗਟ ਕਰਕੇ ਦੱਸ ਰਹੀ ਹੈ ਕਿ ਮੇਰੇ ਸਾਹਿਬ ਜੋ ਮੈਨੂੰ ਧੀਰਜ ਦੇਣ ਵਾਸਤੇ ਆਏ ਨੇ, ਮੈਨੂੰ ਐਸਾ ਠਰਮਾ ਤੇ ਧੀਰਜ ਦੇ ਦਿੱਤਾ ਹੈ, ਹੁਣ ਮੈਂ ਸਤਿਗੁਰਾਂ ਦੇ ਆਸਰੇ ਜੁਗਾਂ ਤੱਕ ਨਾ ਡੋਲਾਂ। ਨਹੀਂ, ਜਿਹੜੀ ਧਰਤੀ ਡੋਲ ਰਹੀ ਸੀ ਮਹਾਰਾਜ ਜੀ ਦੇ ਚਰਨਾਂ ਨਾਲ ਅਡੋਲ ਹੋ ਗਈ। ਕਾਲੂ ਜਾਏ ਤ੍ਰਿਖੀ ਜਬ ਦੇਖੀ, ਇੰਨੀ ਬਰਕਤ ਮਹਾਰਾਜ ਜੀ ਦੇ ਹੱਥਾਂ ਵਿੱਚ। ਖਾਲਸਾ ਜੀ, ਇੱਕ ਬੇਨਤੀ ਜੋ ਪੁਰਾਤਨ ਸਮਿਆਂ ਦੇ ਵਿੱਚ ਜ਼ਿਮੀਂਦਾਰ ਵੀਰ ਅਖਤਿਆਰ ਕਰਕੇ ਰੱਖਦੇ ਸੀ, ਅੱਜ ਉਹ ਛੱਡ ਗਏ ਨੇ। ਕੀ ਬੇਨਤੀ ਹੈ? ਪਹਿਲਾਂ ਪੁਰਖੇ ਬਜ਼ੁਰਗ ਜਦੋਂ ਵੀ ਖੇਤ ਵਾਹੁੰਦੇ ਸਨ, ਵਾਹੁਣ ਤੋਂ ਆ ਪਿੱਛੇ ਜਦੋਂ ਕਥਾ ਆਈ 101 ਅਰਦਾਸਾਂ ਕਲਗੀਧਰ ਜੀ ਨੇ ਦਸੀਆਂ ਸੀ ਨਾ, ਉਹਦੇ ਚ ਬਕਾਇਦਾ ਜ਼ਿਕਰ ਆਇਆ ਸੀ ਇਸ ਅਰਦਾਸ ਦਾ ਕਿ ਜਦੋਂ ਜ਼ਿਮੀਂਦਾਰ ਵੀਰ ਫਸਲ ਬੀਜਣ ਲੱਗਣ, ਵਾਹੀ ਤੋਂ ਬਾਅਦ ਬੀਜ ਸੁੱਟਣਾ ਹੋਵੇ, ਅੱਜ ਕੱਲ੍ਹ ਜਿਵੇਂ ਡਰਿੱਲ ਮਸ਼ੀਨਾਂ ਆ ਗਈਆਂ, ਚਲਾਉਣੀ ਹੋਵੇ, ਪਹਿਲਾਂ ਅਰਦਾਸ ਕਰੋ ਸਤਿਗੁਰਾਂ ਦੇ ਚਰਨਾਂ 'ਚ, ਮਹਾਰਾਜ ਮੈਂ ਇਹ ਬੀਜ ਧਰਤੀ ਮਾਤਾ ਦੀ ਕੁੱਖ ਦੇ ਵਿੱਚ ਅਮਾਨਤ ਰੱਖਣ ਲੱਗਾ, ਕਿਰਪਾ ਕਰਿਓ ਗੁਰੂ ਨਾਨਕ ਸਾਹਿਬ ਕਈ ਗੁਣਾ ਵੱਧ ਹੋ ਕੇ ਮੈਨੂੰ ਪ੍ਰਾਪਤ ਹੋਵੇ। ਅਰਦਾਸ ਕਰਕੇ ਬੀਜ ਬੀਜੇ। ਫਿਰ ਜਦੋਂ ਫਸਲ ਨੂੰ ਕੱਟਣਾ ਹੋਵੇ ਪਕਾਉਣ ਤੋਂ ਬਾਅਦ, ਉਦੋਂ ਵਾਢੀ ਵੇਲੇ ਵੀ, ਹੁਣ ਵੀ ਕਈ ਵੀਰ ਕਰਦੇ ਆ ਅਰਦਾਸਾਂ, ਵਾਢੀ ਤੋਂ ਪਹਿਲਾਂ ਵੀ ਅਰਦਾਸ ਕਰਦੇ। ਅੱਜ ਕੱਲ੍ਹ ਤਾਂ ਮਾਫ ਕਰਨਾ, ਟਰੈਕਟਰਾਂ ਦੇ ਉੱਤੇ ਸਾਡੇ ਬੱਚਿਆਂ ਨੇ, ਨੌਜਵਾਨਾਂ ਨੇ ਚਮਕੀਲਾ ਲਾਇਆ ਹੁੰਦਾ, ਉੱਚੇ ਉੱਚੇ ਗਾਣੇ ਵੱਜਦੇ ਹੁੰਦੇ ਐ, ਫਸਲ ਜ਼ਮੀਨ ਵਾਹ ਰਹੇ ਹੁੰਦੇ ਆ ਤੇ ਫਿਰ ਬੀਜ ਬੀਜਦੇ ਆ, ਫਿਰ ਕੁਦਰਤੀ ਕਰੋਪੀਆਂ ਦੇ ਸਾਹਮਣੇ ਕਰਨੇ ਪੈਂਦੇ ਐ। ਖਾਲਸਾ ਜੀ, ਜੇ ਸਤਿਗੁਰਾਂ ਦਾ ਓਟ ਆਸਰਾ ਲਿਆ ਹੋਵੇ ਤੇ ਬਰਕਤਾਂ ਪੈਂਦੀਆਂ ਨੇ। ਪ੍ਰਤੱਖ ਹੈ, ਮੈਨੂੰ ਬਹੁਤ ਸਾਰੇ ਇਹੋ ਜਿਹੇ ਕਿਸਾਨ ਵੀਰ ਮਿਲਦੇ ਆ, ਜ਼ਮੀਂਦਾਰ ਭਰਾ, ਜਿਹੜੇ ਕਹਿੰਦੇ ਜਦੋਂ ਅਸੀਂ ਗੁਰੂ ਚਰਨਾਂ 'ਚ ਰਜੋਈ ਕਰਕੇ ਅਰਦਾਸ ਕਰਕੇ ਬੀਜ ਬੀਜਦੇ ਆ, ਫਸਲ ਕੱਟਦੇ ਆ, ਗੁਰੂ ਸਾਹਿਬ ਵਾਧੇ ਪਾਉਂਦੇ ਆ, ਬਰਕਤਾਂ ਪਾਉਂਦੇ ਆ। ਤੇ ਜੇ ਉੱਥੇ ਗੰਦੇ ਗਾਣੇ ਲਾਏ ਹੁੰਦੇ ਆ ਟਰੈਕਟਰਾਂ ਦੇ ਉੱਤੇ, ਪਹਿਲੀ ਗੱਲ ਤਾਂ ਆਪ ਜ਼ਮੀਨਾਂ ਨਹੀਂ ਵਾਹੁੰਦੇ, ਸਿਰੀ ਰੱਖੇ ਹੁੰਦੇ ਆ ਕਈਆਂ ਨੂੰ, ਉਹਨਾਂ ਨੇ ਆਪਣੇ ਗਾਣੇ ਲਾ ਕੇ ਉਸੇ ਤਰ੍ਹਾਂ ਗਾਣਿਆਂ ਦੇ ਵਿੱਚ ਹੀ ਬੀਜ ਬੀਜਣਾ, ਕਲਯੁਗ ਨੱਚਦਾ ਹੁੰਦਾ। ਖਾਲਸਾ ਜੀ, ਤੇ ਕੁਦਰਤ ਦੀ ਵੀ ਫਿਰ ਕਰੋਪੀ ਹੁੰਦੀ ਹੈ। ਜੇ ਤੁਸੀਂ ਕੁਦਰਤ ਦੇ ਮਾਲਕ ਨੂੰ ਚੇਤੇ ਨਹੀਂ ਰੱਖਦੇ, ਉਸ ਕੁਦਰਤ ਦੇ ਮਾਲਕ ਦੇ ਚਰਨਾਂ ਦਾ ਆਸਰਾ ਨਹੀਂ ਲੈਂਦੇ। ਖਾਲਸਾ ਜੀ, ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਜਿਹੜੇ ਜਿਹੜੇ ਇਸ ਕਿੱਤੇ ਨਾਲ, ਜ਼ਿਮੀਂਦਾਰੇ ਦੇ ਕਿੱਤੇ ਨਾਲ ਜੁੜੇ ਹੋਏ ਨੇ, ਚਾਹੇ ਉਹ ਟੀਵੀ ਦੇ ਰਾਹੀਂ ਸੁਣ ਰਹੇ ਨੇ। ਜਦੋਂ ਵੀ ਭਾਈ ਬੀਜ ਬੀਜਣਾ, ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਹੈ, ਮਹਾਰਾਜ ਇਹ ਬੀਜ ਧਰਤੀ ਦੀ ਅਮਾਨਤ ਰੱਖਣ ਲੱਗੇ ਆ, ਧਰਤੀ ਮਾਤਾ ਦੀ ਗੋਦ 'ਚ, ਤੁਸੀਂ ਇਹਨੂੰ ਵਾਧਾ ਪਾਇਓ ਮਹਾਰਾਜ, ਤੁਸੀਂ ਇਹਨੂੰ ਬੂਰ ਲਾਇਓ। ਜਦੋਂ ਵੱਢਣੀ ਆ, ਕਟਾਈ ਕਰਨੀ, ਉਦੋਂ ਵੀ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਨੀ। ਸਤਿਗੁਰਾਂ ਦਾ ਆਸਰਾ ਲੈਣਾ, ਗੁਰਸਿੱਖ ਨੇ ਗੁਰੂ ਕੀ ਬਾਣੀ ਦਾ ਆਸਰਾ ਲੈਣਾ। 3 ਦਿਨਾਂ ਬਾਅਦ ਬੀਜ ਉਗਾਇਆ ਹੈ ਕਣਕ ਦਾ, 3 ਦਿਨਾਂ ਬਾਅਦ ਹੀ। ਇਹੋ ਜੀ ਕਲਾ ਮਹਾਰਾਜ ਜੀ ਦੀ ਵਰਤੀ ਹੈ। ਪਿਤਾ ਜੀ ਜਦੋਂ ਤੀਜੇ ਦਿਨ ਖੇਤ ਵਿੱਚ ਗਏ, ਸਗਨ ਉਗੀ ਪਾ ਮੋਦ ਵਿਸ਼ੇਖੀ, ਪਿਤਾ ਜੀ ਨੇ ਵੇਖਿਆ ਬੀਜ ਫਸਲ ਬੜੀ ਸੁੰਦਰ ਸੰਘਣੀ ਉੱਗੀ ਹੈ, ਕਿਤੇ ਵਿੱਚ ਦੜਾ ਨਜ਼ਰ ਨਹੀਂ ਆਉਂਦਾ ਖਾਲੀ, ਨਹੀਂ ਤਾਂ ਆਮ ਕਰਕੇ ਵਿੱਚ ਦੜੇ ਨਜ਼ਰ ਆਉਂਦੇ ਆ ਵੀ ਕਿਤੇ ਉੱਗ ਗਈ ਕਿਤੇ ਨਾ ਉੱਗੀ। ਕਹਿੰਦੇ ਇੱਕ ਸਾਰ ਬਰਾਬਰ ਉੱਗੀ ਹੈ ਸਾਰੇ ਪਾਸੇ। ਪਿਤਾ ਜੀ ਬੜੇ ਹੈਰਾਨ ਨੇ। ਹੋਏ ਤਾਤ ਮਮ ਵੱਡ ਤ੍ਰਿਖੀਕਾਰਾ, ਪਿਤਾ ਜੀ ਸੋਚਦੇ ਆ ਮੇਰਾ ਪੁੱਤਰ ਬੜਾ ਵੱਡਾ ਜ਼ਿਮੀਂਦਾਰ ਹੋਵੇਗਾ, ਖੇਤੀ ਦਾ ਮਾਹਰ ਹੋਵੇਗਾ। ਸੋਚਦੇ ਆ ਪਿਤਾ ਜੀ ਮਨ ਹੀ ਮਨ, ਮੇਰਾ ਪੁੱਤਰ ਬੜਾ ਵੱਡਾ ਕ੍ਰਿਖੀਕਾਰ, ਖੇਤੀ ਵਾਲਾ ਹੋਵੇਗਾ। ਦਿਓ ਬਸਾਏ ਇੱਕ ਗ੍ਰਾਮ ਨਿਰਾਰਾ, ਮਨ ਹੀ ਮਨ ਸੋਚੀ ਜਾਂਦੇ ਮੇਰਾ ਪੁੱਤ ਜੇ ਵੱਡਾ ਜ਼ਿਮੀਂਦਾਰ ਹੋਏਗਾ, ਇਹਨੂੰ ਮੈਂ ਪਿੰਡ ਹੀ ਵੱਖਰਾ ਵਸਾ ਦਿਆਂਗਾ, ਇਹਦਾ ਆਪਣਾ ਹੀ ਨਗਰ ਹੋਵੇਗਾ, ਇੱਕ ਵੱਖਰਾ ਪਿੰਡ ਇਹਨੂੰ ਵਸਾ ਦਿਆਂਗਾ। ਪਿਤਾ ਜੀ ਸੋਚ ਰਹੇ ਨੇ ਮਨ ਹੀ ਮਨ, ਜੇ ਵੱਡਾ ਕ੍ਰਿਖੀਕਾਰ ਹੋ ਗਿਆ, ਹੁਣ ਜਿੰਨੀ ਫਸਲ ਬੀਜੀ ਹੈ ਇਹਦੇ ਤੋਂ ਅਗਲੀ ਵਾਰੀ ਦੁੱਗਣੀ ਹੋ ਜਾਏਗੀ, ਤਿੱਗਣੀ ਹੋ ਜਾਏਗੀ, ਇਹ ਵੱਡਾ ਜ਼ਮੀਂਦਾਰ ਹੋਏਗਾ, ਅੱਗੇ ਨੌਕਰ ਚਾਕਰ ਹੋਣਗੇ, ਵੱਖਰਾ ਪਿੰਡ ਹੀ ਵਸਾ ਦਿਆਂਗਾ ਇਹਦਾ ਮੈਂ,
ਏਦਾਂ ਪਿਤਾ ਜੀ ਸੋਚ ਰਹੇ ਨੇ। ਨਿਪਜਾਵਨ ਤਨ ਅਨਿਕ ਬਿਦਨ ਸੋ, ਤੇ ਅਨੇਕ ਪ੍ਰਕਾਰ ਨਾਲ ਧਨ ਪੈਦਾ ਕਰਨ ਦੇ ਜਿਹੜੇ ਤਰੀਕੇ ਨੇ ਉਹ ਪਿਤਾ ਜੀ ਸੋਚ ਰਹੇ ਨੇ। ਅਯੋ ਕਰਤ ਚਿਤਵਨ ਨਿਜ ਮਨ ਸੋ, ਮਨ ਹੀ ਮਨ ਸੋਚਦੇ, ਫਿਰ ਆਹ ਕੰਮ ਕਰਾਂਗੇ, ਫਿਰ ਏਦਾਂ ਪੈਸੇ ਆਉਣਗੇ, ਆਹ ਕਰਾਂਗੇ, ਏਦਾਂ ਪੈਸੇ ਆਉਣਗੇ, ਫਲਾਣੇ ਨੂੰ ਏਦਾਂ ਨੌਕਰ ਰੱਖਾਂਗੇ, ਏਦਾਂ ਕਰਾਂਗੇ, ਏਦਾਂ ਕਈ ਗੱਲਾਂ ਪਿਤਾ ਜੀ ਮਨ ਹੀ ਮਨ ਸੋਚ ਗਏ ਮਿੰਟਾਂ ਸਕਿੰਟਾਂ ਵਿੱਚ ਹੀ। ਸ਼੍ਰੀ ਗੁਰੂ ਨਾਨਕ ਹਿਰਦੇ ਵਿਚਾਰੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮਨ ਹੀ ਮਨ ਵਿਚਾਰ ਕੀਤੀ। ਪਿਤਾ ਜੀ ਦਾ ਮਨ ਧਨ ਵਿੱਚ ਗਲਤ ਹੋਇਆ ਵੇਖ ਕੇ ਧਨ ਤ੍ਰਿਸ਼ਨਾ ਦਿਨ ਪ੍ਰਤ ਪਿਤ ਭਾਰੀ, ਪਿਤਾ ਜੀ ਦੇ ਮਨ ਵਿੱਚ ਧਨ ਦੀ ਤ੍ਰਿਸ਼ਨਾ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਇਹ ਯੋਗ ਨਹੀਂ ਹੈ। ਮਹਾਰਾਜ ਜੀ ਨੇ ਵੇਖਿਆ ਜਾਂ ਤੇ ਅਬਈ ਬਨੇ ਨਿਬੇਰੋ, ਮਹਾਰਾਜ ਜੀ ਕਹਿੰਦੇ ਉਦਾਂ ਹੀ ਪਿਤਾ ਜੀ ਮੇਰੇ ਤੇ ਆਸ ਰੱਖੀ ਬੈਠਣ, ਕੱਲ ਨੂੰ ਦੁਖੀ ਹੋਣਗੇ। ਇਹਦਾ ਕੰਮ ਹੀ ਨਿਬੇੜਦੀ ਹੈ ਵੀ ਮੇਰੇ ਤੇ ਆਸ ਰੱਖਣ ਹੀ ਨਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵੀ ਆਸ ਰੱਖਣ ਹੀ ਨਾ, ਵੀ ਪੈਸੇ ਕਮਾਏਗਾ ਪੁੱਤਰ ਨਾਨਕ। ਆ ਪਹਿਲਾਂ ਹੁਣ ਆਹ ਖੇਤ ਬੀਜਿਆ, ਫਿਰ ਸੋਚਦੇ ਨੇ ਹੋਰ ਖੇਤ ਬੀਜਾਂਗੇ, ਵੱਖਰਾ ਪਿੰਡ ਵਸਾ ਦਿਆਂਗੇ। ਏਦਾਂ ਆਸਾਂ ਰੱਖਣਗੇ ਤੇ ਮਨ ਇਹਨਾਂ ਦਾ ਦੁਖੀ ਹੋਵੇਗਾ। ਸਤਿਗੁਰੂ ਜੀ ਕਹਿੰਦੇ ਪਿਤਾ ਜੀ ਦੇ ਮਨ ਦੀ ਜਿਹੜੀ ਆਸ ਹੈ ਨਾ, ਅੱਜ ਹੀ ਨਿਬੇੜ ਦਈਏ, ਸਮਾਪਤ ਕਰ ਦਈਏ। ਧਨ ਖੱਟਣੇ ਕੋ ਮਿਟਵੈ ਝੇਰੋ, ਆ ਜਿਹੜਾ ਧਨ ਖੱਟਣ ਦਾ ਝੇੜਾ ਆ, ਇਹ ਕੰਮ ਤਾਂ ਸਾਡਾ ਕੰਮ ਤਾਂ ਹੈ ਜੀਵਾਂ ਦੇ ਭਲੇ ਲਈ ਆਏ ਆ, ਅਸੀਂ ਮਾਇਆ ਥੋੜੀ ਕਮਾਣ ਆਏ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸੋਚ ਰਹੇ ਆ ਵੀ ਇਹ ਧਨ ਖੱਟਣ ਥੋੜੀ ਆਏ ਆ ਅਸੀਂ। ਇਹ ਤਾਂ ਮੇਰੇ ਸਾਹਿਬ ਕਹਿੰਦੇ ਬਾਬਾ, ਪਿਤਾ ਜੀ ਨੂੰ ਸੰਬੋਧਨ ਕਰਕੇ ਕਿਹਾ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਵਿਰਲਾ ਬੂਝੈ ਕੋਈ। ਪਾਤਸ਼ਾਹ ਕਹਿੰਦੇ ਨਵੇੜਾ ਹੀ ਕਰ ਦਈਏ ਵੀ ਕਿਤੇ ਮਨ 'ਚ ਮੇਰੇ ਤੇ ਆਸ ਰੱਖੀ ਬੈਠਣ ਵੀ ਮੈਂ ਪੈਸੇ ਕਮਾ ਕੇ ਦੇਣੇ ਆ, ਇਹਨਾਂ ਨੂੰ ਧਨ ਕਮਾ ਕੇ ਦੇਣਾ। ਇਹ ਆਸ ਇਹਨਾਂ ਦੇ ਮਨ ਦੀ ਨਿਬੇੜ ਦਈਏ। ਵੈਸੇ ਬੌਰ ਖੇਤ ਰਖਵਾਰੀ, ਕੁਝ ਦਿਨ ਬੀਤੇ, ਮਹਾਰਾਜ ਜੀ ਖੇਤ ਵਿੱਚ ਜਾਂਦੇ ਆ ਰਖਵਾਲੀ ਲਈ। ਵਰਜੈ ਕਿਸ ਨਾ ਚਰੇ ਪਸ਼ੂ ਚਾਰੀ, 15-20 ਦਿਨਾਂ ਬਾਅਦ ਵਾਹਵਾ ਫਸਲ ਗਿੱਟੇ ਗਿੱਟੇ ਤੋਂ ਉੱਤੇ ਆ ਗਈ, ਪਿੰਜਣੀਆਂ ਵਿੱਚ ਕਜੀਣ ਲੱਗ ਪਈਆਂ। ਜਦੋਂ ਵੇਖਿਆ ਵੀ ਕਣਕ ਵਾਹਵਾ ਵੱਡੀ ਹੋ ਗਈ, ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਵਾੜ ਕੀਤੀ ਖੋਲ ਦਿੱਤੀ। ਜਿੰਨੇ ਪਸ਼ੂ, ਮੱਝਾਂ, ਗਾਵਾਂ, ਰੋਜ਼ਾਂ, ਹਿਰਣ, ਸੂਰ ਸਾਰੇ ਵਿੱਚੇ ਵਾੜ ਦਿੱਤੇ। ਛਕੋ ਬਈ, ਲੰਗਰ ਲਾ ਦਿੱਤਾ ਸਤਿਗੁਰਾਂ ਨੇ। ਉਹ ਜਿੰਨੀ ਫਸਲ ਮਹਾਰਾਜ ਸੱਚੇ ਪਾਤਸ਼ਾਹ ਆਪ ਬੀਜੀ ਸੀ, ਉਹ ਸਾਰੀ ਮਹਾਰਾਜ ਜੀ ਨੇ ਚਰਾ ਦਿੱਤੀ। ਰਾਸ਼ਬ ਬੜਵਾ ਗੋ ਮ੍ਰਿਗ ਬ੍ਰਿੰਦਾ, ਰਾਸ਼ਬ ਗਧੇ, ਬੜਵਾ ਘੋੜੀਆਂ, ਘੋੜੇ, ਕਹਿੰਦੇ ਜੋ ਜੋ ਵੀ ਜਾਨਵਰ ਦਿਸਿਆ ਮਹਾਰਾਜ ਜੀ ਨੇ ਸਾਰੇ ਵਾੜ ਦਿੱਤੇ। ਚਰਤ ਖੇਤ ਰਹੇ ਬੈਸੀ ਆਨੰਦਾ, ਕਹਿੰਦੇ ਖੇਤ ਚਰ ਕੇ ਨਾ ਵਿੱਚ ਹੀ ਪਲਸੇਟੇ ਮਾਰ ਕੇ ਜਾਨਵਰ ਆਨੰਦ ਲੈਂਦੇ ਆ ਉੱਥੇ। ਉਹ ਤਾਂ ਮੇਲਦੇ ਆ ਉੱਥੇ ਪਏ, ਖੁਸ਼ੀਆਂ ਦੇ ਨਾਲ ਖਾ ਲੈਂਦੇ ਆ, ਉੱਥੇ ਹੀ ਲੇਟਦੇ ਹਨ। ਦਿਨ ਦੋ ਇੱਕ ਮੈਂ ਦੀਨ ਨਬੇਰੀ, ਗੱਲ ਕੀ 2-3 ਦਿਨਾਂ ਦੇ ਵਿੱਚ ਉੱਥੇ ਇੱਕ ਬੂਟਾ ਨਹੀਂ ਛੱਡਿਆ ਜਾਨਵਰਾਂ ਨੇ, ਸਾਰੀ ਫਸਲ ਨਿਬੇੜ ਦਿੱਤੀ। ਇੱਕ ਨਾ ਬੂਟ ਜੈ ਸਗਨ ਕਨੇਰੀ, ਜਿੱਥੇ ਇੰਨੀ ਸੰਘਣੀ ਫਸਲ ਸੀ ਇੱਕ ਵੀ ਬੂਟਾ ਉੱਥੇ ਨਜ਼ਰ ਨਹੀਂ ਆਉਂਦਾ। ਕਾਲੂ ਗਇਓ ਬਿਲੋਕਨ ਖੇਤ, ਤੀਜੇ ਦਿਨ ਪਿਤਾ ਜੀ ਗਏ ਗੇੜਾ ਮਾਰਨ ਵੀ ਖੇਤ 'ਚ ਵੇਖ ਕੇ ਆਈਏ। ਤੇ ਜਦੋਂ ਪਿਤਾ ਜੀ ਤੀਜੇ ਕੁ ਦਿਨ ਖੇਤ 'ਚ ਗੇੜਾ ਮਾਰਨ ਗਏ ਤੇ ਵੇਖਿਆ ਇੱਕ ਬੈਠੇ ਬੇਦੀ ਕੁਲ ਕੇਤੋ, ਧੰਨ ਗੁਰੂ ਨਾਨਕ ਸਾਹਿਬ ਜੀ ਲਾਗੇ ਖੇਤ ਦੇ ਇੱਕ ਪਾਸੇ ਸਿਰੇ ਤੇ ਕਿਨਾਰੇ ਤੇ ਚੌਂਕੜਾ ਮਾਰ ਕੇ ਬੈਠੇ ਨੇ। ਫਿਰੇ ਕਿਦਾਰ ਮਦ ਪਸ਼ੂ ਬਰਿੰਦਾ, ਤੇ ਖੇਤ ਦੇ ਵਿੱਚ ਜਾਨਵਰ ਬੜੇ ਹੋਏ ਨੇ, ਪਸ਼ੂ ਬੜੇ ਹੋਏ ਨੇ। ਕਿਸੇ ਨ ਵਰਜੈ ਆਨੰਦ ਕੰਦਾ, ਤੇ ਆਨੰਦ ਦੇ ਮੂਲ ਸਤਿਗੁਰੂ ਜੀ ਕਿਸੇ ਨੂੰ ਨਹੀਂ ਪਏ ਵਰਜਦੇ, ਕਿਸੇ ਜਾਨਵਰ ਨੂੰ ਨਹੀਂ ਹੋੜਦੇ। ਅਸਬਿਦ ਦੇਖ ਕ੍ਰੋਧ ਭਾ ਕਾਲੋ, ਵੇਖਦਿਆਂ ਸਾਰ ਪਿਤਾ ਜੀ ਦਾ ਮਨ ਗੁੱਸੇ ਨਾਲ ਭਰ ਗਿਆ ਵੀ ਫਸਲ ਵਜਾੜ ਕੇ ਰੱਖ ਦਿੱਤੀ। ਏਡੀ ਵਧੀਆ ਫਸਲ ਹੋਈ ਸੀ। ਪਿਤਾ ਜੀ ਬਹੁਤ ਜ਼ਿਆਦਾ ਗੁੱਸੇ ਵਿੱਚ ਆਏ। ਮੁਖ ਬੋਲਤ
ਦੁਰਬਚਨ ਬਿਸਾਲੋ। ਜੋ ਮੁਖ ਵਿੱਚ ਆਇਆ ਫਿਰ ਕੌੜੇ ਕੌੜੇ ਬੋਲ ਪਿਤਾ ਜੀ ਬੋਲਣ ਲੱਗੇ। ਮੰਦ ਭਾਗ ਮੈਂ ਆਪਨ ਨਿਹਾਰਾ। ਪਿਤਾ ਜੀ ਕਹਿੰਦੇ ਮੈਂ ਆਪਣੇ ਮਾੜੇ ਭਾਗ ਵੇਖਦਾ ਵੀ ਮੇਰੇ ਜੇ ਮਾੜੇ ਭਾਗ ਨਹੀਂ ਹੋਣੇ ਕਿਸੇ ਦੇ। ਤੂੰ ਸੁਤ ਜਨਮਿਓ ਸਦਨੀ ਉਜਾਰਾ। ਕਿ ਮੇਰੇ ਘਰ 'ਚ ਤੇਰੇ ਵਰਗਾ ਨਲਾਇਕ ਪੁੱਤਰ ਘਰ ਉਜਾੜਨ ਵਾਲਾ ਜੰਮਿਆ। ਪਿਤਾ ਜੀ ਗੁੱਸੇ 'ਚ ਆ ਕੇ ਕਹਿੰਦੇ ਕਿ ਮੇਰੇ ਜੇ ਮਾੜੇ ਭਾਗ ਨਹੀਂ ਹੋਣੇ ਕਿਸੇ ਦੇ ਕਿ ਤੇਰੇ ਵਰਗਾ ਨਲਾਇਕ ਤੇ ਘਰ ਉਜਾੜੂ ਪੁੱਤ ਮੇਰੇ ਘਰ ਜੰਮਿਆ। ਆਰ ਬਲਾ ਲਗੂ ਮੈਂ ਤਵ ਚਾਲੀ। ਇਹ ਆ ਛੋਟੀ ਉਮਰ ਵਿੱਚ ਤੇਰੇ ਇਹੋ ਜੇ ਚਾਲ ਚਲਨ ਨੇ। ਵਸਤ ਖੋਏ ਕੀ ਆਲਿਆ ਖਾਲੀ। ਆ ਹੁਣ ਦੀ ਗੱਲ ਥੋੜੀ, ਅੱਜ ਥੋੜੀ ਇਹ ਪਹਿਲੀ ਵਾਰ ਤੂੰ ਜਾੜਿਆ। ਤੂੰ ਅੱਜ 2 ਸਾਲਾਂ ਦਾ ਨਹੀਂ ਸੀ ਹੋਇਆ ਜਿਹੜੀ ਉਮਰ ਦੇ ਵਿੱਚ ਲੋਕਾਂ ਨੂੰ ਬੋਲਣਾ ਨਹੀਂ ਆਉਂਦਾ ਬੱਚਿਆਂ ਨੂੰ, ਤੂੰ ਘਰ ਦਾ ਸਮਾਨ ਚੁੱਕ ਕੇ ਬਾਹਰ ਸੁੱਟ ਕੇ ਆਉਂਦਾ ਰਿਹਾ। ਕਦੇ ਭਾਂਡੇ ਸੁੱਟ ਆਉਂਦਾ ਸੀ, ਕਦੇ ਗਹਿਣੇ ਸੁੱਟ ਆਉਂਦਾ ਸੀ। ਤੂੰ ਤਾਂ ਉਦੋਂ ਦਾ ਘਰ ਉਜਾੜਨ ਲੱਗਾ ਹੋਇਆ। ਉਚਿਤ ਕਮਾਵਨ ਅਬ ਪੀ ਬੈਸਾ। ਹੁਣ ਤੇਰੀ ਕਮਾਈ ਕਰਨ ਦੀ ਉਮਰ ਆ, 14-15 ਸਾਲ ਦੀ ਉਮਰ ਹੋ ਗਈ ਹੈ ਤੇਰੀ। ਇਸ ਉਮਰ ਦੇ ਵਿੱਚ ਬੱਚੇ ਕਮਾਈਆਂ ਕਰਦੇ ਨੇ। ਕਰਨ ਕੋ ਕਾਜ ਲਗੇ ਪੁਨ ਐਸਾ। ਹੁਣ ਫੇਰ ਉਹੀ ਖੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ। ਮੁਝ ਪਛਾਤ ਖਾਏ ਕ੍ਰਿਤ ਕਰ ਕੋ। ਮੈਂ ਕਿੰਨਾ ਕਿ ਚਿਰ ਬੈਠਾ ਤੇਰੇ ਸਿਰ ਤੇ, ਮੈਂ ਮਾਰੀ ਜਾਣਾ ਇੱਕ ਦਿਨ, ਤੇ ਮੇਰੇ ਪਿੱਛੋਂ ਕੀ ਕਰੇਗਾ? ਇਦਾਂ ਦੇ ਕੰਮ ਕਰਕੇ ਕਿਵੇਂ ਖਾਏਗਾ, ਕਿਵੇਂ ਗੁਜ਼ਾਰਾ ਕਰੇਗਾ? ਰਲੇ ਫਕੀਰਨ ਸੋ ਤਜ ਘਰ ਕੋ। ਮੈਨੂੰ ਤਾਂ ਜਾਪਦਾ ਤੂੰ ਮੇਰੀ ਮਰਨ ਦੀ ਉਡੀਕ ਚ ਵੀ ਮੈਂ ਮਰਾਂ ਤੇ ਤੂੰ ਭੱਜ ਕੇ ਫਕੀਰਾਂ ਵਿੱਚ ਰਲ ਜਾਏ। ਰਲਣਾ ਹੀ ਪੈਣਾ, ਤੇਰੇ ਜਿਹੋ ਜੇ ਚਾਲ ਚੱਲਣ ਨੇ ਤੈਨੂੰ ਤਾਂ ਫਕੀਰਾਂ ਨਾਲ ਹੀ ਰਲਣਾ ਪੈਣਾ। ਹੇਰ ਹੇਰ ਕੈ ਵਾਕ ਕਠੋਰਾ। ਵੇਖ ਵੇਖ ਉਧਰ ਖੇਤ ਵੱਲ ਵੇਖਣ ਪਿਤਾ ਜੀ, ਉਧਰ ਸਤਿਗੁਰਾਂ ਵੱਲ ਵੇਖਣ ਵੀ ਖੇਤ ਉਜੜਿਆ ਹੋਇਆ, ਫਸਲ ਉਜੜੀ ਹੋਈ। ਸਤਿਗੁਰੂ ਜੀ ਵੱਲ ਵੇਖਣ ਤੇ ਵੇਖ ਵੇਖ ਕੇ ਪਿਤਾ ਜੀ ਗੁੱਸੇ 'ਚ ਬੋਲੀ ਜਾਂਦੇ ਨੇ। ਲਖ ਕੁਚਾਲ ਕੋ ਰੋਸ ਨ ਥੋਰਾ। ਥੋੜਾ ਗੁੱਸਾ ਨਹੀਂ ਪਿਤਾ ਜੀ ਦੇ ਮਨ 'ਚ, ਬਹੁਤ ਜ਼ਿਆਦਾ ਗੁੱਸਾ ਹੈ। ਤੁਝ ਜਨਮੇ ਤੇ ਕੋ ਗੁਣ ਮੋਹੀ। ਕੀ ਮੈਨੂੰ ਮਿਲਿਆ ਤੇਰੇ ਜਨਮ ਲੈਣ ਨਾਲ? ਕਿਹੜਾ ਮੇਰੇ ਤੇ ਉਪਕਾਰ ਹੋ ਗਿਆ ਰੱਬ ਦਾ? ਤੂੰ ਮੇਰੇ ਘਰ 'ਚ ਜਨਮ ਲੈ ਕੇ ਆਇਆ। ਜਾਂ ਤੇ ਭਲੋ ਰਹਿਤ ਮੈਂ ਯੋਹੀ। ਇਹਦੇ ਨਾਲੋਂ ਚੰਗਾ ਤੂੰ ਨਿਜ ਨਾ ਜੰਮਦਾ ਮੇਰੇ ਘਰੇ। ਕੀ ਘਟਿਆ ਸੀ ਮੇਰਾ ਤੇਰੇ ਬਿਨਾ? ਕੀ ਤੂੰ ਮੇਰਾ ਸਵਾਰ ਦਿੱਤਾ ਆ ਕੇ ਮੇਰੇ ਘਰ ਜਨਮ ਲੈ ਕੇ? ਨਾ ਹੀ ਜੰਮਦਿਓ ਤੋਂ ਚੰਗਾ ਸੀ। ਇੱਕ ਸਪੂਤ ਬਹੁ ਦਰਬ ਕਮਾਵੇ। ਆਏ ਕੋ ਸਪੁੱਤਰ ਹੁੰਦੇ ਆ ਤੇਰੇ ਨਾਲ ਦੀ ਉਮਰ ਦੇ, ਉਹ ਵੇਖ ਫਲਾਣੇ ਦਾ ਪੁੱਤ ਕਿਵੇਂ ਕਮਾਈ ਕਰਦਾ, ਫਲਾਣੇ ਕਈ ਉਦਾਹਰਣਾਂ ਗਿਣ ਦਿੱਤੀਆਂ। ਇੱਕੋ ਸਪੁੱਤਰ ਹੁੰਦੇ ਨੇ ਜਿਹੜੇ ਕਮਾਈਆਂ ਕਰਦੇ ਨੇ। ਤੂੰ ਅਸ ਪਾ ਜੋ ਬਾਦ ਗਵਾਵੇ। ਤੂੰ ਕਿਹੋ ਜਿਹਾ ਪੁੱਤਰ ਹੈ ਜਿਹੜਾ ਘਰ ਵਿੱਚ ਹੈ ਉਹ ਵੀ ਗਵਾਈ ਜਾਂਦਾ? ਕਮਾਣਾ ਤਾਂ ਤੂੰ ਕਿਤੇ ਹੈ, ਤੂੰ ਜੋ ਘਰ ਵਿੱਚ ਹੈ ਉਹ ਵੀ ਗਵਾਈ ਜਾਂਦਾ। ਜਾਏ ਨਗਰ ਪੁਨ ਦਿਜ ਬਰ ਸਦਨਾ। ਬੜਾ ਮੱਥਾ ਧੁੰਨਦੇ ਆ, ਪਛਤਾਵਾ ਕਰਦੇ ਆ, ਮੈਂ ਇਹਨੂੰ ਕਾਹਨੂੰ 1.25 ਮਣ ਘਟੋਂ ਬੀਜ ਕੱਢ ਕੇ ਦਿੱਤਾ, ਉਹ ਵੀ ਉਜਾੜ ਦਿੱਤਾ। ਉਹ ਬੀਜ ਵੀ ਮੇਰਾ ਜਿਹੜਾ ਸੀ ਘਰ ਵਾਪਸ ਨਹੀਂ ਪਰਤਿਆ, ਮੂਲ ਵੀ ਗਵਾਇਆ, ਲਾਹਾ ਤਾਂ ਕੀ ਹੋਣਾ ਸੀ। ਪਿਤਾ ਜੀ ਏਦਾਂ ਬੋਲਦੇ ਬੋਲਦੇ ਨਗਰ ਵਾਲੇ ਪਾਸੇ ਖੇਤ ਤੋਂ ਚੱਲ ਪਏ। ਉਪਾਲੰਬ ਕਹਿ ਬਚ ਬਦਨਾ। ਘਰ ਜਾਣ ਲੱਗੇ ਤੇ ਕਹਿੰਦੇ ਜਾ ਕੇ ਪਹਿਲਾਂ ਉਹ ਜਿਹੜਾ ਬਾਹਮਣ ਸੀ ਹਰਦਿਆਲ, ਜਿਹੜਾ ਕਹਿੰਦਾ ਸੀ ਤੇਰਾ ਪੁੱਤ ਬੜਾ ਅਵਤਾਰੀ ਪੁਰਸ਼ ਹੈ, ਪਹਿਲਾਂ ਉਹਨੂੰ ਨਾ ਜਾ ਕੇ ਟੱਕਰਾਂ। ਪਿਤਾ ਜੀ ਦੇ ਮਨ 'ਚ ਉਹਨੂੰ ਟੱਕਰਾਂ ਜਾ ਕੇ ਪਹਿਲਾਂ। ਪਿਤਾ ਜੀ ਪੰਡਤ ਹਰਦਿਆਲ ਦੇ ਘਰ ਜਾਂਦੇ ਜਾਂਦੇ ਉਹਦੇ ਘਰ ਨੂੰ ਮੁੜ ਪਏ। ਜਾਂਦੇ ਪੰਡਤ ਹਰਦਿਆਲ ਨੂੰ ਮਿਲੇ। ਵੇਦ ਪੁਰਾਣ ਸਬੇ ਤੁਮ ਝੂਠੇ। ਉਹ ਬਾਹਮਣਾ ਜਾਂਦੇ ਪਿਤਾ ਜੀ ਕਹਿੰਦੇ, ਉਹ ਬਾਹਮਣਾ, ਉਹ ਪੰਡਤਾ ਝੂਠਿਆ, ਤੇਰੇ ਜਿੰਨੇ ਵੇਦ ਪੁਰਾਣ ਸਭ ਝੂਠੇ ਨੇ। ਮੈਂ ਨਹੀਂ ਜੇ ਮੰਨਦਾ, ਜੋ ਤੂੰ ਪੜਿਆ ਉਹ ਸਭ ਝੂਠ ਹੈ। ਸੂਦੇ ਕਹੋ ਹੋਤ ਹੈ ਪੂਠੇ। ਤੂੰ ਉਹ ਸੁੱਧੇ ਕਹਿਣਾ ਹੈ, ਉਹ ਅਸਲ ਵਿੱਚ ਪੁੱਠੇ ਹੁੰਦੇ ਨੇ। ਯਾਨੀ ਕਿ ਜਿਹੜੀਆਂ ਗੱਲਾਂ ਤੂੰ ਸਿੱਧੀਆਂ ਕਹੀਆਂ ਨੇ ਉਹਦੇ ਤੋਂ ਉਲਟ ਹੋਇਆ ਸਭ ਕੁਝ। ਇਸ ਕਰਕੇ ਮੈਂ ਸਮਝਦਾ ਤੇਰੇ ਵੇਦ ਪੁਰਾਣ ਝੂਠੇ ਨੇ। ਕਿਦੋਂ ਨਾ ਤੁਮ ਤੇ ਜਾਤ ਵਿਚਾਰੇ। ਜਾਂ ਤੂੰ ਪੜਿਆ ਲਿਖਿਆ ਨਹੀਂ ਕੋਈ, ਤੇਰੇ ਕੋਲੋਂ ਵਿਚਾਰੇ ਨਹੀਂ ਜਾਂਦੇ, ਤੇਰੀ ਅਕਲ ਥੋੜੀ ਹੈ। ਕਿਦੋਂ ਹਰਖ ਹਿਤ ਪਾਜੀ ਉਚਾਰੇ। ਜਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਪਖੰਡ ਰਚਿਆ ਹੋਇਆ ਤੁਸਾਂ ਲੋਕਾਂ ਨੇ, ਵੀ ਖੁਸ਼ ਕਰਨ ਵਾਸਤੇ ਜਾ ਕੇ ਕਿਸੇ ਦੇ ਘਰ ਪੁੱਤ ਜੰਮੇ ਵਧਾਈ ਲੈਣ ਦੇ ਲਾਲਚ ਨਾਲ ਜਾ ਕੇ ਵਡਿਆਈਆਂ ਕਰ ਆਉਂਦੇ ਝੂਠੀਆਂ।
ਇਹ ਝੂਠੇ ਪਾਜ ਤੁਸੀਂ ਆਪਣੇ ਬਣਾਏ ਹੋਏ ਨੇ। ਭਲੀ ਛਤਰ ਕੀ ਦੀਨ ਵਡਾਈ। ਤੂੰ ਤਾਂ ਕਹਿੰਦਾ ਸੀ ਸਿਰ ਤੇ ਛਤਰ ਝੁਲਾਏਗਾ ਮੇਰੇ ਤੇ, ਆਹ ਚੰਗੀ ਛਤਰ ਦੀ ਝੁਲਾਈ ਮੇਰੇ ਸਿਰ ਤੇ ਹੋਈ ਹੈ। ਪੂਰਬ ਐਸ਼ਵਰ ਜਾਸ ਘਟਾਈ। ਤੇਰੇ ਘਰ 'ਚ ਜਿਹੜਾ ਪਹਿਲਾ ਐਸ਼ਵਰਜ ਸੀ ਉਹ ਵੀ ਇਹਨੇ ਘਟਾ ਦਿੱਤਾ, ਉਹ ਵੀ ਗਵਾ ਦਿੱਤਾ। ਅਬ ਬੀਜਿਓ ਸਭ ਖੇਤ ਨਿਪਾਤੂ। ਮੇਰਾ ਜਿੰਨਾ ਖੇਤ ਬੀਜਿਆ ਉਜਾੜ ਕੇ ਰੱਖ ਦਿੱਤਾ, ਬੀਜਿਆ ਵੀ ਆਪ ਤੇ ਉਜਾੜਿਆ ਵੀ ਆਪ, ਤੇ ਮੇਰਾ ਬੀਜ ਵੀ ਜਾਂਦਾ ਰਿਹਾ। ਪਸ਼ੂ ਚਰਵਾਏ ਨਾ ਕੀਨੀ ਤਰਾਤੋ। ਔਰ ਪਸ਼ੂਆਂ ਕੋਲੋਂ ਚਰਾ ਦਿੱਤਾ ਸਾਰਾ ਕੁਝ, ਮਨ 'ਚ ਕੋਈ ਡਰ ਨਹੀਂ ਰੱਖਿਆ। ਜਬ ਕੋ ਜਨਮਿਓ ਇਨ ਸੁਧ ਲੀਨੀ। ਇਹ ਜਦੋਂ ਦਾ ਮੇਰੇ ਘਰ 'ਚ ਜੰਮਿਆ, ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਤੋਂ ਇਹਨੇ ਸੋਝੀ ਸੰਭਾਲੀ ਹੈ। ਤਨ ਖਟਨ ਕੀ ਕ੍ਰਿਤ ਨਾ ਕੀਨੀ। ਇਹਨੇ ਪੈਸੇ ਕਮਾਉਣ ਵਾਲੀ ਗੱਲ ਤਾਂ ਇੱਕ ਦਿਨ ਵੀ ਨਹੀਂ ਨਾ ਕੀਤੀ, ਬਸ ਗਵਾਉਣ ਵਾਲਾ ਹੀ ਕੰਮ ਕੀਤਾ। ਜਿਸ ਦਿਨ ਤੋਂ ਇਹਨੇ ਸੁਧ ਸੰਭਾਲੀ ਹੈ, ਇਹਨੇ ਧਨ ਖੱਟਣ ਵਾਲਾ ਨਹੀਂ ਕੋਈ ਕੰਮ ਕੀਤਾ ਵੀ ਜਿਹਦੇ ਨਾਲ ਕੋਈ ਆਮਦਨ ਹੋਵੇ, ਕੋਈ ਕਮਾਈ ਗੱਲ ਹੋਵੇ, ਉਹ ਨਹੀਂ ਇਹਨੇ ਕੋਈ ਕੀਤਾ। ਖੋਇਓ ਸੰਚਿਓ ਪੂਰਬ ਮੇਰੋ। ਸਗੋਂ ਜਿਹੜਾ ਮੈਂ ਜੋੜ ਕੇ ਰੱਖਿਆ ਮਾੜਾ ਮੋਟਾ ਉਹ ਵੀ ਗਵਾਈ ਜਾਂਦਾ, ਉਹਨੂੰ ਵੀ ਖੋਈ ਜਾਂਦਾ ਹੈ। ਜਾਂ ਤੇ ਬੇਫਲ ਭਇਓ ਬਚ ਤੇਰੋ। ਇਸ ਕਰਕੇ ਪੰਡਤ ਹਰਦਿਆਲ ਜੀ ਤੇਰੇ ਕਹੇ ਬੋਲ ਸਾਰੇ ਬੇਫਲ ਗਏ ਨੇ, ਉਹਨਾਂ ਦਾ ਕੋਈ ਫਲ ਨਹੀਂ ਜੇ ਮੈਨੂੰ ਮਿਲਿਆ। ਬੋਲਿਓ ਬਚਨ ਵਿਪਰ ਪਰ ਬੀਨਾ। ਅੱਗੋਂ ਪੰਡਤ ਜੀ ਬੜੇ ਸਿਆਣੇ ਸਨ, ਪੰਡਤ ਹਰਦਿਆਲ ਜੀ ਬੋਲੇ, ਜੈ ਮਨ ਸ਼੍ਰੀ ਨਾਨਕ ਜਸ ਲੀਨਾ। ਇਹ ਉਹ ਪੰਡਤ ਹਰਦਿਆਲ ਜੀ ਨੇ ਜਿਨ੍ਹਾਂ ਦਾ ਮਨ ਗੁਰੂ ਨਾਨਕ ਸਾਹਿਬ ਦੇ ਜਸ ਵਿੱਚ ਲੀਨ ਰਹਿੰਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਜਿਨ੍ਹਾਂ ਦੇ ਹਿਰਦੇ ਵਿੱਚ ਵਸੇ ਹੋਏ ਨੇ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਟ। ਇਹ ਅੰਮ੍ਰਿਤ ਬੋਲ ਸਤਿਗੁਰਾਂ ਦੇ ਕਹੇ ਹੋਏ ਜਿਸ ਪੰਡਤ ਦੇ ਹਿਰਦੇ 'ਚ ਵਸਦੇ ਨੇ। ਸੁਨ ਕਾਲੂ ਤੂੰ ਮੂਲੋਂ ਭੂਲਾ। ਉਹ ਪੰਡਤ ਜੀ ਬੋਲੇ, ਆਖਿਆ ਪਟਵਾਰੀ ਸਾਹਿਬ ਤੁਸੀਂ ਮੂਲੋਂ ਹੀ ਭੁੱਲੇ ਹੋਏ ਹੋ, ਤੁਸੀਂ ਮੂਲ ਤੋਂ ਹੀ ਭੁੱਲੇ ਹੋਏ ਹੋ। ਸੁਤ ਸੁਸ਼ੀਲ ਤੇ ਨਿਤ ਪ੍ਰਤਕੂਲਾ। ਆਪਣੇ ਐਸੇ ਸੁਸ਼ੀਲ ਪੁੱਤਰ ਤੋਂ ਤੁਸੀਂ ਹਮੇਸ਼ਾ ਉਲਟੀ ਚੱਲੇ ਹੋ। ਬਾਰ ਬਾਰ ਮੈਂ ਤੁਝ ਸਮਝਾਇਓ। ਮੈਂ ਤੈਨੂੰ ਬਾਰ-ਬਾਰ ਸਮਝਾਇਆ, ਪਟਵਾਰੀ ਸੁਣ। ਜਗਤ ਉਧਾਰਨ ਹਿਤ ਏ ਆਇਓ। ਉਹ ਤੇਰੇ ਆ ਕੰਮ ਨਹੀਂ ਕਰਨ ਆਏ, ਤੇਰੇ ਲਈ ਪੈਸਾ ਕਮਾਉਣ ਨਹੀਂ ਜੇ ਆਏ, ਉਹ ਤਾਂ ਸੰਸਾਰ ਦੇ ਜੀਵਾਂ ਦੇ ਪਾਰ ਉਤਾਰੇ ਲਈ ਇਸ ਭਵ ਸਾਗਰ ਵਿੱਚ ਆਏ ਹਨ। ਸਤਿ ਸ੍ਰੀ ਅਕਾਲ। ਉਹ ਭਵ ਤਾਰਨ ਨੂੰ, ਜਗਤ ਉਧਾਰਣੇ ਨੂੰ ਇਹ ਸੰਸਾਰ ਦੇ ਵਿੱਚ ਆਏ ਹਨ। ਆਹ ਕੰਮ ਜਿਹੜੇ ਤਾਂ ਦੁਨੀਆ ਹੋਰ ਵੀ ਬਥੇਰੀ ਕਰਦੀ ਹੈ, ਉਹ ਇਹ ਸੰਸਾਰ ਦੇ ਵਿੱਚ ਜੀਵਾਂ ਦੇ ਪਾਰ ਉਤਾਰੇ ਲਈ ਆਏ ਹਨ। ਭਗਵਤ ਗੀਤਾ ਸਾਰ ਵਿਚਾਰਾ। ਸ਼੍ਰੀਮਦ ਭਾਗਵਤ ਗੀਤਾ ਦਾ ਜਿਹੜਾ ਸਾਰ ਹੈ ਉਹ ਮੈਂ ਵਿਚਾਰਿਆ। ਕਰੇ ਪੜੇ ਬਿਨ ਸ਼ਬਦੀ ਉਚਾਰਾ। ਤੂੰ ਨਹੀਂ ਵੇਖਿਆ ਆਪਣੀਆਂ ਅੱਖਾਂ ਨਾਲ? ਦੱਸ, ਸ਼ਬਦ ਸ਼ਲੋਕੀ ਗੀਤਾ ਤੂੰ ਗੁਰੂ ਨਾਨਕ ਸਾਹਿਬ ਨੂੰ ਪੜ੍ਹਾਈ ਸੀ? ਤੂੰ ਨਹੀਂ ਵੇਖਿਆ ਜਦੋਂ 5 ਸਾਲਾਂ ਦੀ ਉਮਰ ਦੇ ਵਿੱਚ ਉਹ ਤੈਨੂੰ ਗੀਤਾ ਸੁਣਾ ਰਹੇ ਸਨ? ਕਿੱਥੋਂ ਪੜ੍ਹੇ ਨੇ ਉਹ? ਤੂੰ ਅੱਖਾਂ ਨਾਲ ਵੇਖ ਕੇ ਵੀ ਉਹਨਾਂ ਦੀ ਮਹਿਮਾ ਨੂੰ ਨਹੀਂ ਜਾਣ ਰਿਹਾ ਪਟਵਾਰੀ। ਉਹ ਇਹ ਸੰਸਾਰ ਦੇ ਵਿੱਚ ਕੇਵਲ ਇਹ ਮਾਨਵੀ ਲੀਲਾ ਦਾ ਠਾਠ ਰਚ ਰਹੇ ਨੇ। ਜਿਨ ਮੋਕੋ ਸ਼ੁਭ ਦੀਨੋ ਗਿਆਨਾ। ਜਿਨ੍ਹਾਂ ਨੇ ਮੈਨੂੰ ਸ਼ੁਭ ਗਿਆਨ ਦੇ ਕੇ ਕਰਤਾਰਥ ਕੀਤਾ ਹੈ। ਜੈ ਬਚ ਸੁਨ ਮਨ ਠਹਿਰਾਨਾ। ਜਿਨ੍ਹਾਂ ਦੇ ਬਚਨ ਸੁਣ ਕੇ ਮੇਰਾ ਮਨ ਐਸਾ ਠਹਿਰਿਆ ਹੈ ਪਟਵਾਰੀ ਸਾਹਿਬ ਕਿ ਮੇਰਾ ਇਹ ਮਨ ਮੁੜ ਕੇ ਸੱਜੇ ਖੱਬੇ ਨਹੀਂ ਜੇ ਨੱਠਿਆ। ਮੇਰਾ ਇਹ ਮਨ ਨਜਾਪੇ ਵਿੱਚ ਜਾ ਟਿਕਿਆ ਹੈ। ਲੋਕੇ ਉਧਾਰਨ ਕਰੇ ਅਨੇਕੂ। ਉਹਨਾਂ ਨੇ ਅਨੇਕਾਂ ਲੋਕਾਂ ਦਾ, ਅਨੇਕਾਂ ਜੀਵਾਂ ਦਾ ਇਹ ਸੰਸਾਰ ਤੋਂ ਉਧਾਰ ਕੀਤਾ, ਪਾਰ ਉਤਾਰਾ ਕੀਤਾ ਹੈ। ਜਪੇ ਜਾਪ ਜੋ ਪਾਏ ਬਵੇਕੂ। ਜਿਹੜਾ ਉਹਨਾਂ ਦੇ ਜਾਪ ਨੂੰ ਜਪੇਗਾ ਉਹਨਾਂ ਨੂੰ ਵਿਵੇਕ ਬੁੱਧੀ ਦੀ ਪ੍ਰਾਪਤੀ ਹੋਵੇਗੀ। ਮੁਝ ਕੋ ਦੀਸਤ ਬਿਸ਼ਨ ਸਮਾਨਾ। ਮੈਨੂੰ ਤਾਂ ਉਹ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਨਜ਼ਰ ਆਉਂਦੇ ਹਨ। ਕਲਾਵਾਨ ਸ਼ੁਭ
ਕਲਾਵਾਨ ਸਭ ਸ਼ੁਭ ਗੁਣ ਖਾਨਾ। ਕਲਾਵਾਨ ਹਨ, ਸ਼ੁਭ ਗੁਣਾਂ ਦੀ ਖਾਨ ਹਨ। ਵਿਪਰ ਬਚਨ ਸੁਨ ਕਰ ਤਬ ਕਾਲੂ। ਜਦੋਂ ਪੰਡਤ ਜੀ ਦੇ ਬਚਨ ਪਿਤਾ ਜੀ ਨੇ ਸੁਣੇ, ਸਦਨੇ ਆਇਓ ਰੋਸ ਵਿਸਾਲੂ। ਮਨ 'ਚ ਗੁੱਸਾ ਬੜਾ, ਬੋਲੇ ਨਹੀਂ ਅੱਗੋਂ ਪੰਡਤ ਜੀ ਦੇ ਸਤਿਕਾਰ ਵਜੋਂ। ਆਖਰ ਕੁਲ ਪੰਡਤ ਸੀ। ਤੋ ਬੇਦੀ ਸਾਹਿਬ ਯਾਨੀ ਕਿ ਭਾਈ ਪੰਡਤ ਹਰਦਿਆਲ ਜੀ ਦੇ ਬਚਨ ਸੁਣ ਕੇ ਪਿਤਾ ਜੀ ਵਾਪਸ ਆ ਗਏ। ਤੈ ਪਾਛੇ ਸ਼੍ਰੀ ਗੁਰ ਜਗਤੇਸ਼ਾ। ਤੇ ਘਰ ਚਲੇ ਗਏ। ਇਹਨੇ ਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਵੀ ਘਰ ਪਰਤਾਏ। ਰਹਤੇ ਉਦਾਸ ਦੁਰਾਏ ਬੇਸਾ। ਮਹਾਰਾਜ ਜੀ ਬਿਲਕੁਲ ਉਪਰਾਮ ਰਹਿੰਦੇ ਹਨ, ਕਿਸੇ ਨਾਲ ਨਹੀਂ ਕੋਈ ਗੱਲ ਕਰਦੇ ਔਰ ਆਪਣਾ ਆਪ ਛੁਪਾ ਕੇ ਰੱਖਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ, ਬੇਨਤੀ ਹੈ, ਖਾਲਸੇ ਪੰਥ ਦੇ ਪੂਜਨੀਕ ਮਾਤਾ ਆਦਿ ਸ਼ਕਤੀ ਮਾਤਾ ਸਾਹਿਬ ਦੇਵਾਂ ਜੀ ਦਾ ਪਵਿੱਤਰ ਜਨਮ ਦਿਹਾੜਾ ਕੱਲ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਜੋ ਬਾਹਰ ਅੰਮ੍ਰਿਤ ਸੰਚਾਰ ਹਾਲ ਹੈ 7 ਤੋਂ 9:30 ਵਜੇ ਤੱਕ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਸਮੂਹ ਰਾਗੀ ਸਿੰਘ ਇਕੱਠੇ ਹੋ ਕੇ ਕੀਰਤਨ ਦੀ ਹਾਜ਼ਰੀ ਭਰਨਗੇ। ਉਪਰੰਤ ਕਥਾ ਵਿਚਾਰਾਂ ਹੋਣਗੀਆਂ। 2-2.5 ਘੰਟੇ ਦਾ ਸਮਾਗਮ ਹੈ। ਮਾਤਾ ਜੀ ਦੇ ਨਿਮਿਤ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮਾਗਮਾਂ ਵਿੱਚ ਹਾਜ਼ਰੀਆਂ ਭਰੋ ਔਰ ਮਾਤਾ ਸਾਹਿਬ ਦੇਵਾਂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਹਾਜ਼ਰ ਹੋਏ ਹਨ। ਉਹ ਆਪ ਜੀ ਨੂੰ ਸੋਦਰ ਦੀ ਚੌਂਕੀ ਸਰਵਣ ਕਰਾਉਣਗੇ। ਪਿਆਰ ਸਹਿਤ ਤਿਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਵੇਕ ਹੈ ਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੈ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਓਤੇ ਨਿਹਾਲ ਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੇਰੇ ਵਾਹਿਗੁਰੂ। ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ ਮੇਰਾ, ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਦ ਜੁਲੰਦੜੀ ਮੇਰਾ ਅੰਦਰ ਠੰਡਾ, ਪੰਦ ਜੁਲੰਦੜੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੇ, ਤੂੰ मेरो मेन पर्वत स्वामी। तुम डोलो ना हम गिरते, रख लिनी हर मेरी, हर मेरी। मेरे लाल रंगीले, मेरे लाल रंगीले, मेरे लाल रंगीले, मेरे लाल रंगीले, हम लालन के लाले, हम लालन के लाले, मेरे लाल रंगीले, मेरे लाल रंगीले। गुर अलख लखाया, गुर अलख लखाया,
ਲਖਾਇਆ ਗੁਰ ਅਲਖ ਲਖਾਇਆ ਅਵਰ ਨਾ ਦੂਜਾ ਪਾਲੇ ਅਵਰ ਨਾ ਦੂਜਾ ਪਾਲੇ ਅਵਰ ਨਾ ਦੂਜਾ ਪਾਲੇ ਮੇਰੇ ਲਾਲ ਰੰਗੀਲੇ ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ਹਮ ਲਾਲਨ ਕੇ ਲਾਲੇ ਮੇਰੇ ਲਾਲ ਰੰਗੀਲੇ ਮੇਰੇ ਲਾਲ ਰੰਗੀਲੇ ਮੇਰੇ ਲਾਲ ਰੰਗੀਲੇ ਗੁਰ ਅਲਖ ਲਖਾਇਆ ਜਾਂ ਤਿਸ ਪਾ